ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਟੂ ਟੂਡੇਜ਼ ਵੀਡੀਓ। ਆਈ ਹੋਪ ਯੂ ਗਾਇਜ਼ ਆਰ ਡੂਇੰਗ ਵੈਲ। ਤਾਂ ਇਹ ਸਾਡੀ ਪ੍ਰੋਕ੍ਰੈਸਟੀਨੇਸ਼ਨ ਸੀਰੀਜ਼ ਦੀ ਤੀਸਰੀ ਵੀਡੀਓ ਹੈ। ਪ੍ਰੋਕ੍ਰੈਸਟੀਨੇਸ਼ਨ ਯਾਨੀ ਕੰਮ ਨੂੰ ਟਾਲਣ ਦੀ, ਕੰਮ ਨੂੰ ਡਿਲੇ ਕਰਨ ਦੀ ਆਦਤ। ਹੁਣ ਤੱਕ ਅਸੀਂ ਦੇਖਿਆ ਕਿ ਪ੍ਰੋਕ੍ਰੈਸਟੀਨੇਸ਼ਨ ਕੀ ਹੁੰਦੀ ਹੈ, ਇਹਦੇ ਸਾਡੀ ਜ਼ਿੰਦਗੀ 'ਤੇ ਕੀ ਅਸਰ ਹੁੰਦੇ, ਬਰੀਫਲੀ ਦੇਖਿਆ ਸੀ। ਐਂਡ ਪ੍ਰੋਕ੍ਰੈਸਟੀਨੇਸ਼ਨ ਦੇ ਫਿਜ਼ੀਕਲ ਰੀਜ਼ਨਸ ਕੀ ਹੁੰਦੇ ਆ ਔਨ ਅ ਫਿਜ਼ੀਕਲ ਲੈਵਲ, ਵਾਟ ਕੁਡ ਬੀ ਕਾਜ਼ਿੰਗ ਪ੍ਰੋਕ੍ਰੈਸਟੀਨੇਸ਼ਨ। ਅੱਜ ਅਸੀਂ ਉਹ ਟੈਰੀਟਰੀ ਐਂਟਰ ਕਰ ਰਹੇ ਹਾਂ, ਉਸ ਇਲਾਕੇ 'ਚ ਜਾ ਰਹੇ ਹਾਂ ਜਿਹੜਾ ਤੁਹਾਡੇ ਲਈ ਥੋੜ੍ਹਾ ਜ਼ਿਆਦਾ ਇੰਟਰਸਟਿੰਗ ਰਹੂਗਾ ਮੁਕਾਬਲੇ ਜੋ ਸਾਡਾ ਡਿਸਕਸ਼ਨ ਪਹਿਲਾਂ ਹੋਇਆ, ਕਿਉਂਕਿ ਅਸੀਂ ਹੁਣ ਥਾਟ ਦੇ ਲੈਵਲ 'ਤੇ, ਆਈਡੀਆ ਦੇ ਲੈਵਲ 'ਤੇ, ਡਿਸੀਜਨ ਮੇਕਿੰਗ ਦੇ ਲੈਵਲ 'ਤੇ ਦੇਖਾਂਗੇ ਕਿ ਪ੍ਰੋਕ੍ਰੈਸਟੀਨੇਸ਼ਨ ਕਿੱਦਾਂ ਪੈਦਾ ਹੁੰਦੀ ਹੈ। ਤਾਂ ਅੱਜ ਦੀ ਵੀਡੀਓ 'ਚ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਜੋ ਮੈਂ ਕਰਾਂ ਉਹ ਤੁਸੀਂ ਪਹਿਲਾਂ ਨਾ ਸੁਣੀਆਂ ਹੋਣ, ਉਹ ਤੁਹਾਡੇ ਲਈ ਟੋਟਲੀ ਨਵੀਆਂ ਹੋਣ, ਅਤੇ ਉਮੀਦ ਹੈ ਕਿ ਇਹ ਤੁਹਾਡੇ ਲਈ ਨਵਾਂ ਰਾਹ ਖੋਲ੍ਹੇਗੀ ਪ੍ਰੋਕ੍ਰੈਸਟੀਨੇਸ਼ਨ ਦੀ ਸਮੱਸਿਆ ਤੋਂ ਪਾਰ ਪਾਉਣ ਵਿੱਚ। ਤਾਂ ਚਲੋ ਸ਼ੁਰੂ ਕਰਦੇ ਹਾਂ। ਇਹ ਸਮਝਣ ਲਈ ਕਿ ਇੱਕ ਡਿਸੀਜਨ ਮੇਕਿੰਗ ਦੇ ਲੈਵਲ 'ਤੇ ਜਾਂ ਵਿਚਾਰਾਂ ਦੇ ਲੈਵਲ 'ਤੇ ਕਿੱਦਾਂ ਪ੍ਰੋਕ੍ਰੈਸਟੀਨੇਸ਼ਨ ਪੈਦਾ ਹੁੰਦੀ ਹੈ, ਕਿੱਦਾਂ ਵਿਚਾਰ ਜਾਂ ਸਾਡੇ ਡਿਸੀਜਨਸ ਇਸ ਦੇ ਲਈ ਰਿਸਪੋਂਸੀਬਲ ਹੁੰਦੇ ਆ। ਇਹਦੀ ਸ਼ੁਰੂਆਤ ਇੱਥੋਂ ਹੋ ਸਕਦੀ ਹੈ ਕਿ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ, ਅਤੇ ਉਹ ਸਵਾਲ ਇਹ ਹੈ, ਸਾਨੂੰ ਕੀ ਮੋਟੀਵੇਟ ਕਰਦਾ ਹੈ ਜ਼ਿੰਦਗੀ 'ਚ। ਜਦੋਂ ਅਸੀਂ ਜ਼ਿੰਦਗੀ 'ਚ ਕੁਛ ਵੀ ਕਰਦੇ ਹਾਂ, ਅਸੀਂ ਕਿਉਂ ਕਰਦੇ ਹਾਂ, ਸਾਡੀ ਪ੍ਰਾਇਮਰੀ ਮੋਟੀਵੇਸ਼ਨ ਕੀ ਹੁੰਦੀ ਹੈ, ਤੁਹਾਨੂੰ ਕੀ ਲੱਗਦਾ। ਤੁਸੀਂ ਸੋਚ ਸਕਦੇ ਹੋ ਵੀਡੀਓ ਨੂੰ ਪੌਜ਼ ਕਰਕੇ। ਸ਼ਾਇਦ ਤੁਹਾਡਾ ਜਵਾਬ ਰਿਹਾ ਹੋਵੇ ਕਿ ਪੈਸਾ ਸਾਨੂੰ ਮੋਟੀਵੇਟ ਕਰਦਾ ਹੈ, ਖੂਬਸੂਰਤੀ ਸਾਨੂੰ ਮੋਟੀਵੇਟ ਕਰਦੀ ਹੈ, ਸਾਡੀ ਫੈਮਿਲੀ ਦਾ ਪਿਆਰ ਸਾਨੂੰ ਮੋਟੀਵੇਟ ਕਰਦਾ ਹੈ, ਜਾਂ ਸਮਾਜ ਵਿੱਚ ਇੱਕ ਚੰਗਾ ਰੁਤਬਾ ਹਾਸਿਲ ਕਰਨ ਦੀ ਇੱਛਾ ਸਾਨੂੰ ਮੋਟੀਵੇਟ ਕਰਦੀ ਹੈ। ਅਤੇ ਇੱਦਾਂ ਦੇ ਹੋਰ ਵੀ ਅਨੇਕਾਂ ਜਵਾਬ ਤੁਹਾਡੇ ਮਨ 'ਚ ਆਏ ਹੋ ਸਕਦੇ ਆ। ਇਹਨਾਂ ਵਿੱਚੋਂ ਕੋਈ ਵੀ ਜਵਾਬ ਗਲਤ ਨਹੀਂ ਹੈ। ਵਾਕਿਆ 'ਚ ਹੀ ਸਾਨੂੰ ਇਹ ਸਾਰੀਆਂ ਚੀਜ਼ਾਂ, ਪੈਸਾ, ਸਾਡੀ ਫੈਮਿਲੀ, ਖੂਬਸੂਰਤੀ ਐਂਡ ਚੰਗੀ ਜੋਬ, ਚੰਗਾ ਰੁਤਬਾ ਸਮਾਜ ਦੇ ਅੰਦਰ, ਇਹ ਸਾਰੀਆਂ ਚੀਜ਼ਾਂ ਸਾਨੂੰ ਮੋਟੀਵੇਟ ਕਰਦੀਆਂ। ਲੇਕਿਨ ਮੈਂ ਇਸ ਸਵਾਲ ਦਾ ਜੋ ਜਵਾਬ ਚਾਹੁੰਦਾ ਸੀ ਉਸ ਨੂੰ ਇਸ ਤੋਂ ਥੋੜ੍ਹਾ ਜਿਹਾ ਗਹਿਰਾ ਹੋਣਾ ਪਊਗਾ। ਐਂਡ ਉਹ ਜ਼ਰੂਰੀ ਨਹੀਂ ਹੈ ਕਿਸੇ ਇੱਕ ਸਪੈਸੀਫਿਕ ਵਸਤੂ ਨਾਲ ਜੁੜਿਆ ਹੋਵੇ। ਮੈਨੂੰ ਲੱਗਦਾ ਆਪਾਂ ਸਾਰੇ ਐਗਰੀ ਕਰ ਸਕਦੇ ਹਾਂ ਇਸ ਗੱਲ 'ਤੇ ਕਿ ਜੇ ਸਾਨੂੰ ਜ਼ਿੰਦਗੀ 'ਚ ਕੋਈ ਚੀਜ਼ ਮੋਟੀਵੇਟ ਕਰਦੀ ਆ ਤਾਂ ਉਹ ਦੋ ਚੀਜ਼ਾਂ ਨੇ, ਪੇਨ ਐਂਡ ਪਲੈਜ਼ਰ। ਪੇਨ ਯਾਨੀ ਕਿ ਦਰਦ, ਐਂਡ ਪਲੈਜ਼ਰ ਯਾਨੀ ਕਿ ਆਨੰਦ, ਮਜ਼ਾ। ਜਾਂ ਤਾਂ ਅਸੀਂ ਜ਼ਿੰਦਗੀ 'ਚ ਕੁਛ ਕਰਦੇ ਹਾਂ ਕਿਉਂਕਿ ਉਹ ਚੀਜ਼ ਸਾਨੂੰ ਦਰਦ ਤੋਂ ਦੂਰ ਲੈ ਜਾਂਦੀ ਹੈ, ਜਾਂ ਅਸੀਂ ਕੁਛ ਕਰਦੇ ਹਾਂ ਕਿਉਂਕਿ ਉਹ ਸਾਨੂੰ ਆਨੰਦ ਦੇ ਕਰੀਬ ਲੈ ਕੇ ਆਉਂਦੀ ਹੈ, ਮਜ਼ੇ ਦੇ। ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਕਿਸਮ ਦਾ ਦਰਦ ਮਾੜਾ ਹੁੰਦਾ ਅਤੇ ਹਰ ਕਿਸਮ ਦੀ ਖੁਸ਼ੀ ਚੰਗੀ ਹੁੰਦੀ ਹੈ, ਓਬਵੀਅਸਲੀ ਇੱਦਾਂ ਨਹੀਂ ਹੁੰਦਾ ਗਾ। ਬਟ ਪ੍ਰਾਈਮਰੀਲੀ ਅਸੀਂ ਇਹਨਾਂ ਦੋ ਫੋਰਸਿਸ ਦੁਆਰਾ, ਇੱਕ ਚੁੰਬਕ ਦੀ ਤਰ੍ਹਾਂ ਹੁੰਦੀਆਂ ਨੇ ਕਿ ਜਿਵੇਂ ਚੁੰਬਕ ਦਾ ਇੱਕ ਸਿਰਾ ਚੁੰਬਕ ਨੂੰ ਦੂਰ ਧਕੇਲਦਾ ਹੈ ਅਤੇ ਇੱਕ ਸਿਰਾ ਖਿੱਚਦਾ ਹੈ, ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਦਰਦ ਤੋਂ ਜ਼ਿਆਦਾਤਰ ਦੂਰ ਭੱਜਦੇ ਹਾਂ ਅਤੇ ਪਲੈਜ਼ਰ ਦੇ ਜ਼ਿਆਦਾਤਰ ਕਰੀਬ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਕਹਿਣਾ ਗਲਤ ਨਹੀਂ ਹੋਊਗਾ ਕਿ ਜ਼ਿਆਦਾਤਰ ਚੀਜ਼ਾਂ ਜੋ ਅਸੀਂ ਆਪਣੀ ਜ਼ਿੰਦਗੀ 'ਚ ਕਰਦੇ ਹਾਂ ਉਹ ਪੇਨ ਐਂਡ ਪਲੈਜ਼ਰ ਨਾਲ ਮੋਟੀਵੇਟਿਡ ਹੁੰਦੀਆਂ। ਹੁਣ ਤੁਹਾਡੇ ਮਨ 'ਚ ਸਵਾਲ ਇਹ ਉੱਠ ਰਿਹਾ ਹੋਵੇਗਾ ਕਿ ਪੇਨ ਅਤੇ ਪਲੈਜ਼ਰ ਤਾਂ ਠੀਕ ਹੈ, ਲੇਕਿਨ ਇਹਦਾ ਪ੍ਰੋਕ੍ਰੈਸਟੀਨੇਸ਼ਨ ਨਾਲ ਕੀ ਵਾਸਤਾ ਹੈ। ਪ੍ਰੋਕ੍ਰੈਸਟੀਨੇਸ਼ਨ ਨਾਲ ਇਸ ਦਾ ਇਹ ਵਾਸਤਾ ਹੈ ਕਿ ਜੇਕਰ ਤੁਸੀਂ ਪ੍ਰੋਕ੍ਰੈਸਟੀਨੇਸ਼ਨ ਦੀ ਸਮੱਸਿਆ ਨੂੰ ਓਵਰਕਮ ਕਰਨਾ ਚਾਹੁੰਦੇ ਹੋ, ਤੁਹਾਨੂੰ ਪਲੈਜ਼ਰ ਨਾਲ ਜੋ ਤੁਹਾਡਾ ਰਿਸ਼ਤਾ ਹੈ ਉਹਨੂੰ ਸਮਝਣਾ ਪਊਗਾ। ਤੁਹਾਡੇ ਅਤੇ ਤੁਹਾਡੇ ਆਨੰਦ ਵਿੱਚ, ਤੁਹਾਡੇ ਅਤੇ ਤੁਹਾਡੇ ਆਨੰਦ ਪ੍ਰਾਪਤ ਕਰਨ ਦੀ ਇੱਛਾ ਦੇ ਵਿੱਚ ਜਿਹੜਾ ਰਿਸ਼ਤਾ ਹੈ ਉਹਨੂੰ ਤੁਹਾਨੂੰ ਸਮਝਣਾ ਪਊਗਾ। ਜੇ ਤੁਸੀਂ ਉਹਨੂੰ ਸਮਝ ਪਾਉਂਦੇ ਹੋ, ਜੇ ਤੁਸੀਂ ਪਲੈਜ਼ਰ ਬਾਰੇ ਇੱਕ ਬਾਰੀਕ ਸੋਚ ਰੱਖ ਪਾਉਂਦੇ ਹੋ, ਤਾਂ ਤੁਸੀਂ ਪ੍ਰੋਕ੍ਰੈਸਟੀਨੇਸ਼ਨ ਨੂੰ ਜੜ੍ਹ 'ਚੋਂ ਖ਼ਤਮ ਕਰਨ ਦੀ ਸ਼ੁਰੂਆਤ ਕਰ ਚੁੱਕੇ ਹੋਵੋਗੇ। ਹੁਣ ਮੈਂ ਬਹੁਤ ਜ਼ਿਆਦਾ ਮਿਸਟੀਰੀਅਸ ਦੀਆਂ ਗੱਲਾਂ ਨਹੀਂ ਕਰੂੰਗਾ, ਮੈਂ ਸਿੱਧਾ ਪ੍ਰੈਕਟੀਕਲ ਗੱਲ 'ਤੇ ਆਊਂਗਾ। ਜਿਸ ਬਾਰੀਕੀ ਦੀ ਮੈਂ ਗੱਲ ਕਰ ਰਿਹਾ ਉਹ ਬੜੀ ਸਿੰਪਲ ਜੀ ਬਾਰੀਕੀ ਹੈ, ਉਹ ਬਹੁਤ ਕੋਈ ਔਖੀ ਸਮਝਾਉਣ ਵਾਲੀ ਬਾਰੀਕੀ ਨਹੀਂ ਹੈ। ਉਹ ਸਿੰਪਲ ਬਾਰੀਕੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਮਜ਼ੇ ਦੋ ਤਰ੍ਹਾਂ ਦੇ ਹੁੰਦੇ ਆ, ਪਲੈਜ਼ਰ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਜਿਸ ਨੂੰ ਅਸੀਂ ਕਹਿੰਦੇ ਇੰਸਟੈਂਟ ਪਲੈਜ਼ਰ, ਅਤੇ ਇੱਕ ਜਿਹਨੂੰ ਅਸੀਂ ਕਹਿੰਦੇ ਡਿਲੇਡ ਪਲੈਜ਼ਰ। ਇੰਸਟੈਂਟ ਪਲੈਜ਼ਰ ਦੀ ਘਟਨਾ ਉਦੋਂ ਹੁੰਦੀ ਹੈ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਅਤੇ ਤੁਰੰਤ ਹੀ ਸਾਨੂੰ ਉਹਦਾ ਮਜ਼ਾ ਮਿਲਣਾ ਸ਼ੁਰੂ ਹੋ ਜਾਂਦਾ ਹੈ। ਯਾਨੀ ਕਿ ਜਦੋਂ ਅਸੀਂ ਐਫਰਟ ਕੀਤਾ ਅਤੇ ਜਦੋਂ ਸਾਨੂੰ ਉਹਦਾ ਫਲ ਮਿਲਿਆ, ਉਹਦਾ ਮਜ਼ਾ ਆਉਣਾ ਸ਼ੁਰੂ ਹੋਇਆ, ਉਹਦੇ ਵਿੱਚ ਕੋਈ ਗੈਪ ਨਹੀਂ ਹੈ। ਅਤੇ ਡਿਲੇਡ ਪਲੈਜ਼ਰ ਉਦੋਂ ਹੁੰਦਾ ਜਦੋਂ ਅਸੀਂ ਕੋਈ ਚੀਜ਼ ਕਰਦੇ ਹਾਂ ਅਤੇ ਜਦੋਂ ਸਾਨੂੰ ਉਹਦਾ ਮਜ਼ਾ ਮਿਲਦਾ, ਉਹਦੇ ਵਿੱਚ ਇੱਕ ਬਹੁਤ ਗੈਪ ਹੁੰਦਾ। ਉਹ ਸਾਲ ਦਾ ਗੈਪ ਵੀ ਹੋ ਸਕਦਾ, ਮਹੀਨੇ ਦਾ ਗੈਪ ਵੀ ਹੋ ਸਕਦਾ, ਐਂਡ 10 ਸਾਲਾਂ ਦਾ ਗੈਪ ਵੀ ਹੋ ਸਕਦਾ। ਇੰਸਟੈਂਟ ਪਲੈਜ਼ਰ ਦੇ ਕੁਝ ਜੇ ਐਗਜ਼ਾਮਪਲ ਦੇਈਏ ਤਾਂ ਜਦੋਂ ਤੁਸੀਂ ਟੌਫੀ ਖਾਂਦੇ ਹੋ, ਟੌਫੀ ਖਾਣ ਦਾ ਐਕਸ਼ਨ ਅਤੇ ਉਹਦੇ ਤੋਂ ਮਜ਼ਾ ਮਿਲਣਾ
ਇੱਕੋ ਹੀ ਸਮੇਂ 'ਤੇ ਹੋ ਰਿਹਾ ਹੁੰਦਾ। ਜਾਂ ਜਦੋਂ ਤੁਸੀਂ ਦੋਸਤਾਂ ਨਾਲ ਗੱਪਸ਼ਪ ਮਾਰ ਰਹੇ ਹੁੰਦੇ ਹੋ ਤਾਂ ਗੱਲਾਂ ਕਰਦੇ ਕਰਦੇ ਹੀ ਤੁਹਾਨੂੰ ਮਜ਼ਾ ਆ ਰਿਹਾ ਹੁੰਦਾ। ਜਾਂ ਜਦੋਂ ਤੁਸੀਂ ਫੇਸਬੁੱਕ 'ਤੇ ਸਕਰੋਲ ਕਰ ਰਹੇ ਹੁੰਦੇ ਹੋ ਅਤੇ ਨਵੀਂ ਤੋਂ ਨਵੀਂ ਵੀਡੀਓ ਦੇਖਦੇ ਜਾ ਰਹੇ ਹੁੰਦੇ ਹੋ, ਵੀਡੀਓ ਦੇਖਦੇ ਦੇਖਦੇ ਤੁਹਾਨੂੰ ਮਜ਼ਾ ਆ ਰਿਹਾ ਹੁੰਦਾ। ਵੀਡੀਓ ਦੇਖਣ, ਗੱਲਾਂ ਕਰਨ ਜਾਂ ਟੌਫੀ ਖਾਣ ਦੀ ਕਿਰਿਆ ਉਸਦੇ ਮਜ਼ੇ ਤੋਂ ਵੱਖ ਨਹੀਂ ਹੈ। ਇਸ ਕਿਸਮ ਦੇ ਜਿਹੜੇ ਪਲੇਜ਼ਰ ਹੁੰਦੇ ਇਹਨਾਂ ਨੂੰ ਅਸੀਂ ਕਹਿੰਦੇ ਇੰਸਟੈਂਟ ਪਲੇਜ਼ਰ। ਵੈਸੇ ਇਹਦੇ ਲਈ ਸ਼ਬਦ ਹੈ ਇੰਸਟੈਂਟ ਗ੍ਰੈਟੀਫਿਕੇਸ਼ਨ, ਜੋ ਅਸੀਂ ਮਨੋਵਿਗਿਆਨ 'ਚ ਵਰਤਦੇ ਹਾਂ। ਗ੍ਰੈਟੀਫਿਕੇਸ਼ਨ ਸ਼ਬਦ ਮੈਂ ਤਾਂ ਨਹੀਂ ਯੂਜ਼ ਕਰ ਰਿਹਾ ਕਿਉਂਕਿ ਫਿਰ ਤੁਹਾਨੂੰ ਬਾਰ-ਬਾਰ ਸੋਚਣਾ ਪਊਗਾ ਗ੍ਰੈਟੀਫਿਕੇਸ਼ਨ ਦਾ ਮਤਲਬ ਕੀ ਹੈ। ਪਲੇਜ਼ਰ ਫਿਰ ਵੀ ਇੱਕ ਆਸਾਨ ਸ਼ਬਦ ਹੈ। ਅਤੇ ਡਿਲੇਡ ਪਲੇਜ਼ਰ ਦੇ ਜੇ ਆਪਾਂ ਇੱਕ ਐਗਜ਼ਾਮਪਲ ਦੇਖੀਏ ਤਾਂ ਇੱਕ ਐਗਜ਼ਾਮਪਲ ਕਿਸੇ ਸਟੂਡੈਂਟ ਦਾ ਹੋ ਸਕਦਾ ਜੋ ਸਾਰੀ ਸਾਲ ਮਿਹਨਤ ਕਰਦਾ ਲੇਕਿਨ ਉਹਨੂੰ ਉਸ ਮਿਹਨਤ ਦਾ ਰਿਜ਼ਲਟ ਐਂਡ 'ਚ ਮਿਲਣਾ ਹੁੰਦਾ ਐਗਜ਼ਾਮਸ ਤੋਂ ਬਾਅਦ। ਜਾਂ ਇੱਕ ਇਨਸਾਨ ਜੋ ਡਾਇਟ 'ਤੇ ਚਲਿਆ ਜਾਂਦਾ, ਡਾਇਟ ਵਿੱਚ ਜਾਣ ਦਾ ਜਿਹੜਾ ਐਕਸ਼ਨ ਹੁੰਦਾ ਅਤੇ ਜਦੋਂ ਉਹਨੂੰ ਉਹ ਆਪਣੇ ਟਾਰਗੇਟ ਵੇਟ 'ਤੇ ਪਹੁੰਚ ਜਾਂਦਾ, ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਇੱਕ ਗੈਪ ਰਹਿੰਦਾ, ਇੱਕ ਡਿਫਰੈਂਸ ਰਹਿੰਦਾ। ਉਹ ਮਹੀਨੇ 2 ਮਹੀਨੇ 3 ਮਹੀਨੇ ਦਾ ਹੋ ਸਕਦਾ। ਮਜ਼ਾ ਉੱਥੇ ਵੀ ਆ ਰਿਹਾ, ਬਿਲਕੁਲ ਜਿਵੇਂ ਟੌਫੀ ਖਾਣ ਦਾ ਮਜ਼ਾ ਆਉਂਦਾ ਉਵੇਂ ਆਪਣੇ ਟਾਰਗੇਟ ਗੋਲ 'ਤੇ ਪਹੁੰਚਣ ਦਾ, ਟਾਰਗੇਟ ਵੇਟ 'ਤੇ ਪਹੁੰਚਣ ਦਾ ਮਜ਼ਾ ਆਉਂਦਾ। ਉਸੇ ਤਰ੍ਹਾਂ ਐਗਜ਼ਾਮ ਵਿੱਚ ਚੰਗਾ ਸਕੋਰ ਹਾਸਿਲ ਕਰਨ ਦਾ ਮਜ਼ਾ ਆਉਂਦਾ। ਫ਼ਰਕ ਇਹ ਹੁੰਦਾ ਇੱਕ ਟੌਫੀ ਖਾਣ ਦੇ ਮਜ਼ੇ ਵਿੱਚ ਅਤੇ ਇੱਕ ਐਗਜ਼ਾਮ ਦੇ ਰਿਜ਼ਲਟ ਚੰਗੇ ਆਉਣ ਦੇ ਮਜ਼ੇ ਵਿੱਚ ਕਿ ਐਫਰਟ, ਕੋਸ਼ਿਸ਼ ਅਤੇ ਉਹਦਾ ਮਜ਼ਾ ਜਿਹੜਾ ਉਹਦੇ ਵਿੱਚ ਇੱਕ ਅੰਤਰਾਲ ਹੈ, ਇੱਕ ਗੈਪ ਹੈ, ਇੱਕ ਇੰਟਰਵਲ ਹੈ। ਹੁਣ ਮੈਂ ਕੋਈ ਬਲੈਕ ਐਂਡ ਵਾਈਟ ਪਿਕਚਰ ਪੇਂਟ ਨਹੀਂ ਕਰਨਾ ਚਾਹੁੰਦਾ। ਓਬਵੀਅਸਲੀ ਕੁਛ ਚੀਜ਼ਾਂ ਬਹੁਤ ਹੀ ਜ਼ਿਆਦਾ ਇੰਸਟੈਂਟ ਪਲੇਜ਼ਰ ਹੁੰਦੀਆਂ ਕਿ ਬਿਲਕੁਲ ਹੀ ਤੁਰੰਤ ਮਜ਼ਾ ਮਿਲ ਰਿਹਾ ਉਸਦਾ। ਕੁਛ ਚੀਜ਼ਾਂ ਹੋ ਸਕਦਾ ਉਹ ਤੁਹਾਨੂੰ 5 ਮਿੰਟ ਬਾਅਦ ਮਜ਼ਾ ਦੇਣ, ਕੁਛ ਚੀਜ਼ਾਂ 50 ਮਿੰਟ ਬਾਅਦ, ਕੁਛ 50 ਸਾਲ ਬਾਅਦ। ਅਤੇ ਇਹਦੀਆਂ ਡਿਗਰੀਜ਼ ਹੈ। ਆਪਾਂ ਸਿਰਫ ਆਪਣੇ ਸਮਝਣ ਲਈ ਇਹਨੂੰ ਮੋਟੀਆਂ 2 ਕੈਟਾਗਰੀਜ਼ 'ਚ ਵੰਡ ਲਿਆ। ਇਹ ਅਸੀਂ ਇਸ ਬਾਰੀਕੀ ਲੈਵਲ ਤੱਕ ਹੀ ਜਾਣਾ ਚਾਹੁੰਦੇ ਹਾਂ, ਇਹ ਸਾਡੇ ਮਕਸਦ ਲਈ ਕਾਫੀ ਹੈ। ਅੱਛਾ, ਹੁਣ ਇਹ ਹਾਲੇ ਵੀ ਸ਼ਾਇਦ ਤੁਹਾਨੂੰ ਨਾ ਸਮਝ ਆਇਆ ਹੋਵੇ ਇਹਦਾ ਪ੍ਰੋਕ੍ਰੈਸਟੀਨੇਸ਼ਨ ਨਾਲ ਕੀ ਲੈਣਾ ਦੇਣਾ। ਤਾਂ ਪਹਿਲੀ ਗੱਲ ਤਾਂ ਤੁਸੀਂ ਇਹ ਸਮਝ ਲਓ ਵੀ ਜਦੋਂ ਵੀ ਤੁਸੀਂ ਜ਼ਿੰਦਗੀ 'ਚ ਚੋਇਸ ਮੇਕ ਕਰਦੇ ਹੋ ਜਾਂ ਇਹਨੂੰ ਇਸ ਤਰ੍ਹਾਂ ਕਹਿ ਲਈਏ ਕਿ ਹਰ ਰੋਜ਼ ਤੁਸੀਂ ਇਹਨਾਂ ਦੋਨੇ ਕਿਸਮ ਦੇ ਪਲੇਜ਼ਰਸ ਵਿੱਚ ਚੋਇਸ ਮੇਕ ਕਰ ਰਹੇ ਹੁੰਦੇ ਹੋ। ਕਦੇ ਤੁਸੀਂ ਇੰਸਟੈਂਟ ਪਲੇਜ਼ਰ ਚੂਜ਼ ਕਰਦੇ ਹੋ, ਕਦੇ ਤੁਸੀਂ ਡਿਲੇਡ ਪਲੇਜ਼ਰ ਚੂਜ਼ ਕਰਦੇ ਹੋ। ਜੇਕਰ ਤੁਸੀਂ ਪ੍ਰੋਕ੍ਰੈਸਟੀਨੇਟਰ ਹੋ ਤਾਂ ਇਹਦਾ ਮਤਲਬ ਤੁਸੀਂ ਇੰਸਟੈਂਟ ਪਲੇਜ਼ਰ ਬਹੁਤ ਜ਼ਿਆਦਾ ਚੂਜ਼ ਕਰਦੇ ਹੋ ਜ਼ਿੰਦਗੀ 'ਚ ਐਂਡ ਡਿਲੇਡ ਪਲੇਜ਼ਰ ਨੂੰ ਘੱਟ ਚੂਜ਼ ਕਰਦੇ ਹੋ। ਯਾਨੀ ਕਿ ਤੁਹਾਡੀ ਜ਼ਿੰਦਗੀ 'ਚ 2 ਆਪਸ਼ਨ ਪਏ ਆ, ਤੁਸੀਂ ਇੱਕ ਆਪਸ਼ਨ ਇੰਸਟੈਂਟ ਪਲੇਜ਼ਰ ਨੂੰ ਬਹੁਤ ਜ਼ਿਆਦਾ ਚੂਜ਼ ਕਰਦੇ ਹੋ। ਹੋਰ ਤਰੀਕੇ ਨਾਲ ਕਹੀਏ ਤਾਂ ਤੁਹਾਨੂੰ ਉਹ ਚੀਜ਼ਾਂ ਆਕਰਸ਼ਿਤ ਕਰਦੀਆਂ ਨੇ ਜਿਨ੍ਹਾਂ ਦਾ ਮਜ਼ਾ ਤੁਰੰਤ ਮਿਲੇ ਅਤੇ ਤੁਸੀਂ ਉਹਨਾਂ ਚੀਜ਼ਾਂ ਤੋਂ ਸ਼ਾਇਦ ਭੱਜਦੇ ਹੋ ਜਾਂ ਇਗਨੋਰ ਕਰਦੇ ਹੋ ਜਿਹੜੀਆਂ ਚੀਜ਼ਾਂ ਦਾ ਮਜ਼ਾ ਐਫਰਟ ਕਰਦੇ ਕਰਦੇ ਨਹੀਂ ਮਿਲਣਾ। ਸ਼ਾਇਦ ਤੁਹਾਡੇ ਮਨ 'ਚ ਥੋੜ੍ਹੀ ਜਿਹੀ ਹੁਣ ਤਸਵੀਰ ਕਲੀਅਰ ਹੋਣੀ ਸ਼ੁਰੂ ਹੋ ਗਈ ਹੋਣੀ ਹੈ ਕਿ ਤੁਹਾਡੀ ਪ੍ਰੋਕ੍ਰੈਸਟੀਨੇਸ਼ਨ ਕਿਸ ਤਰ੍ਹਾਂ ਆਪਰੇਟ ਕਰਦੀ ਹੈ। ਖੈਰ ਅਸੀਂ ਆਪਣਾ ਡਿਸਕਸ਼ਨ ਅੱਗੇ ਜਾਰੀ ਰੱਖਦੇ ਹਾਂ, ਹਜੇ ਲੰਬਾ ਡਿਸਕਸ਼ਨ ਪਿਆ। ਅੱਛਾ, ਮੈਂ ਥੋੜ੍ਹਾ ਜਿਹਾ ਸਾਈਡ 'ਤੇ ਜਾਂਦੇ ਹੋਏ ਇੱਕ ਅਲੱਗ ਦੀ ਗੱਲ, ਇਸ ਨਾਲ ਜੁੜੀ ਹੋਈ ਗੱਲ ਲੇਕਿਨ ਥੋੜ੍ਹੀ ਸਾਈਡ ਦੀ ਗੱਲ, ਜੋ ਸਾਡਾ ਡਿਸਕਸ਼ਨ ਜਿੱਦਾਂ ਨੂੰ ਵੱਧ ਰਿਹਾ ਉੱਧਰਲੇ ਪਾਸੇ ਇਸ ਗੱਲ ਦਾ ਮੂੰਹ ਨਹੀਂ ਹੈ ਲੇਕਿਨ ਫਿਰ ਵੀ ਮੈਂ ਕਰਨਾ ਚਾਹੂੰਗਾ। ਤਾਂ ਉਹ ਬੇਸਿਕਲੀ ਇਹ ਹੈ ਕਿ ਇਸ ਚੀਜ਼ 'ਤੇ ਸਾਇੰਟੀਫਿਕ ਰਿਸਰਚ ਬਹੁਤ ਹੋ ਚੁੱਕੀ ਹੈ। ਕੁਛ ਲੋਕ ਹੁੰਦੇ ਆ ਜਿਹੜੇ ਜ਼ਿੰਦਗੀ 'ਚ ਡਿਲੇ ਕਰ ਪਾਉਂਦੇ ਆ ਗ੍ਰੈਟੀਫਿਕੇਸ਼ਨ ਨੂੰ, ਡਿਲੇ ਕਰ ਪਾਉਂਦੇ ਆ ਪਲੇਜ਼ਰ ਨੂੰ। ਉਹਨਾਂ ਦੇ ਅੰਦਰ ਇੱਕ ਐਬਿਲਿਟੀ ਹੁੰਦੀ ਹੈ ਵੀ ਉਹਨਾਂ ਨੂੰ ਇੱਛਾ ਨਹੀਂ ਹੁੰਦੀ ਕਿ ਹੁਣੇ ਹੀ ਮਜ਼ਾ ਮਿਲ ਜੇ, 5 ਮਿੰਟਾਂ ਬਾਅਦ ਮਿਲ ਜੇ, 50 ਬਾਅਦ ਮਿਲ ਜੇ। ਉਹ ਬੜੇ ਆਸਾਨੀ ਨਾਲ ਚੂਜ਼ ਕਰ ਪਾਉਂਦੇ ਉਹ ਚੀਜ਼। ਹੁਣ ਇਹਦੇ ਲਈ ਇੱਕ ਐਕਸਪੈਰੀਮੈਂਟ ਕੀਤਾ ਗਿਆ ਅਤੇ ਬੱਚਿਆਂ 'ਤੇ ਐਕਸਪੈਰੀਮੈਂਟ ਕੀਤਾ ਗਿਆ, ਬਹੁਤ ਮਸ਼ਹੂਰ ਐਕਸਪੈਰੀਮੈਂਟ ਹੈ। ਇਹਦੇ ਜਿਹੜੇ ਨਤੀਜੇ ਸਾਹਮਣੇ ਆਏ, ਇਹਨੂੰ ਰੈਪਲੀਕੇਟ ਕੀਤਾ ਗਿਆ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ, ਅਲੱਗ-ਅਲੱਗ ਕਲਚਰ ਵਿੱਚ, ਅਤੇ ਹਰ ਵਾਰ ਉਹੀ ਨਤੀਜੇ ਸਾਹਮਣੇ ਆਏ। ਅਤੇ ਲਗਭਗ ਪਿਛਲੇ 50 ਸਾਲਾਂ ਤੋਂ ਐਕਸਪੈਰੀਮੈਂਟ ਕਈ ਵਾਰੀ ਕੀਤਾ ਗਿਆ ਅਤੇ ਇਹਦੇ ਹਰ ਵਾਰ ਇੱਕੋ ਹੀ ਨਤੀਜੇ ਨਿਕਲੇ। ਇਹ ਐਕਸਪੈਰੀਮੈਂਟ ਕੁਛ ਇਸ ਤਰ੍ਹਾਂ ਹੈ ਲਗਭਗ ਕਿ ਇੱਕ ਰੂਮ ਹੈ, ਉਹਦੇ ਅੰਦਰ ਕੁਝ ਬੱਚੇ 2-4 ਸਾਲ ਦੇ, ਕੋਈ 4 ਸਾਲ ਦਾ ਹੈ, ਕੋਈ 5 ਸਾਲ ਦਾ ਹੈ, ਕੋਈ 3 ਸਾਲ ਦਾ ਹੈ, ਠੀਕ। ਉਹਨਾਂ ਨੂੰ ਇੱਕ ਸੀਟ 'ਤੇ ਬਿਠਾ ਦਿੱਤਾ ਜਾਂਦਾ ਹੈ, ਸਾਹਮਣੇ ਮੇਜ਼ ਹੈ। ਇੱਕ ਵਿਗਿਆਨਿਕ ਉਹਨਾਂ ਕੋਲ ਆਉਂਦਾ ਹੈ ਅਤੇ ਉਹਨਾਂ ਦੇ ਸਾਹਮਣੇ ਇੱਕ ਬੋਲ ਪਈ ਹੈ, ਠੀਕ ਹੈ, ਕੌਲੀ। ਅਤੇ ਕੌਲੀ ਦੇ ਅੰਦਰ ਮਾਰਸ਼ਮੈਲੋਜ਼ ਰੱਖੇ ਹੋਏ ਆ। ਮਾਰਸ਼ਮੈਲੋਜ਼ ਤੁਸੀਂ ਇਹ ਸਮਝ ਲਓ ਜਿਵੇਂ ਆਪਣੇ ਪੰਜਾਬੀਆਂ ਦੇ ਸ਼ੱਕਰਪਾਰੇ ਹੁੰਦੇ ਆ। ਹੁਣ ਉਹ ਜਿਹੜੇ ਮਾਰਸ਼ਮੈਲੋਜ਼ ਰੱਖੇ ਆ, ਮੈਨੂੰ ਐਗਜ਼ੈਕਟ ਡੀਟੇਲਸ ਨਹੀਂ ਯਾਦ ਐਕਸਪੈਰੀਮੈਂਟ ਦੀ, ਤਾਂ ਮੈਂ ਮਾਫੀ ਚਾਹੂੰਗਾ ਜੇ ਉਹਦੇ 'ਚ ਗਲਤੀ ਹੁੰਦੀ ਹੈ। ਬਟ ਮੋਟੇ ਤੌਰ 'ਤੇ ਐਕਸਪੈਰੀਮੈਂਟ ਇਹ ਸੀ ਕਿ ਵਿਗਿਆਨਿਕ ਉਹਨੂੰ ਕਹਿੰਦਾ ਕਿ ਯਾਰ ਮੈਨੂੰ ਥੋੜ੍ਹਾ ਜਿਹਾ ਕੰਮ ਹੈ ਬੱਚੇ ਨੂੰ, ਕਿ ਮੈਂ ਥੋੜ੍ਹਾ ਜਿਹਾ ਨਾ 10 ਕੁ ਮਿੰਟ ਜਾ ਕੇ ਆਊਂਗਾ, 5 ਜਾਂ 10 ਮਿੰਟ, ਅਤੇ ਆ ਇੱਥੇ ਮਾਰਸ਼ਮੈਲੋਜ਼ ਪਏ ਆ ਅਤੇ ਤੁਸੀਂ ਹੈ ਤਾਂ ਇਹ ਤੁਹਾਡੇ ਲਈ, ਬਟ ਤੁਸੀਂ ਇਹਨੂੰ ਹਲੇ ਨਹੀਂ ਖਾਣਾ। ਵੈਸੇ ਤੁਸੀਂ ਖਾ ਸਕਦੇ ਹੋ, ਜੇ ਤੁਸੀਂ ਹੁਣੇ ਖਾ ਲਓਗੇ ਤਾਂ ਆ ਜਿਹੜੇ 2 ਮਾਰਸ਼ਮੈਲੋ ਪਏ ਆ ਤੁਸੀਂ ਦੋਨੇ ਖਾ ਲਓ,
ਲੇਕਿਨ ਜੇਕਰ ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਅਤੇ ਤੁਸੀਂ ਇਹ ਮਾਰਸ਼ਮੈਲੋਸ ਚੱਕ ਕੇ ਨਹੀਂ ਖਾਦੇ, ਤਾਂ ਮੈਂ ਤੁਹਾਨੂੰ ਆਹ 2 ਦੀ ਬਜਾਏ 4 ਮਾਰਸ਼ਮੈਲੋਸ ਕਰ ਦੂੰਗਾ। ਯਾਨੀ ਕਿ ਜਿਹੜੇ ਬੱਚੇ ਬੈਠੇ ਸੀ, ਜੋ ਬੱਚਾ ਉੱਥੇ ਬੈਠਾ ਸੀ, ਉਹਦੇ ਕੋਲ ਚੋਇਸ ਸੀ, ਜਾਂ ਤਾਂ ਉਹ ਤੁਰੰਤ ਉਹ 2 ਮਾਰਸ਼ਮੈਲੋਸ ਖਾ ਲੇ, ਜਾਂ ਉਹ ਰੁਕ ਜੇ 5 ਜਾਂ 10 ਮਿੰਟ ਅਤੇ ਉਹਨੂੰ 4 ਮਾਰਸ਼ਮੈਲੋਸ ਮਿਲ ਜਾਣਗੇ। ਹੁਣ ਇਹ ਐਕਸਪੈਰੀਮੈਂਟ ਓਬਵੀਅਸਲੀ 50-100 ਬੱਚਿਆਂ 'ਤੇ ਦੁਹਰਾਇਆ ਗਿਆ। ਉਹਨਾਂ 'ਚ ਕੁਝ ਬੱਚੇ ਇੱਦਾਂ ਦੇ ਸੀ ਜਿਨ੍ਹਾਂ ਨੇ 5 ਜਾਂ 10 ਮਿੰਟ ਵੇਟ ਕਰ ਲਈ, ਯਾਨੀ ਪਲੇਜ਼ਰ ਨੂੰ ਡਿਲੇ ਕਰ ਲਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਜ਼ਿਆਦਾ ਮਿਲਣ ਵਾਲਾ। 10 ਮਿੰਟ ਰੁਕ ਕੇ ਉਹਨਾਂ ਨੇ 4 ਮਾਰਸ਼ਮੈਲੋਸ ਖਾਧੇ। ਕੁਝ ਬੱਚੇ ਸੀ ਜੋ ਨਹੀਂ ਕਰ ਪਾਏ, ਕੁਝ ਤਾਂ ਇੱਦਾਂ ਦੇ ਸੀ ਜਦੋਂ ਹੀ ਸਾਇੰਟਿਸਟ ਕਮਰੇ 'ਚੋਂ ਨਿਕਲਿਆ ਉਹਨਾਂ ਨੇ ਚੱਕ ਕੇ ਖਾ ਲਏ, ਮਜ਼ਾ ਲੈ ਲਿਆ। ਯਾਨੀ ਉਹਨਾਂ ਨੇ ਇੰਸਟੈਂਟ ਪਲੇਜ਼ਰ ਚੂਜ਼ ਕਰ ਲਿਆ, ਉਹਨਾਂ 'ਚੋਂ ਡਿਲੇ ਕਰਨ ਦੀ ਐਬਿਲਿਟੀ ਨਹੀਂ ਸੀ, ਰੁਕਣ ਦੀ ਐਬਿਲਿਟੀ ਨਹੀਂ ਸੀ ਪਲੇਜ਼ਰ ਲਈ। ਪਾਇਆ ਇਹ ਜਾਂਦਾ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਅਗਲੇ 30-40 ਸਾਲ ਤੱਕ ਟਰੈਕ ਕੀਤਾ ਗਿਆ। ਸਫਲਤਾ ਦੇ ਅਲੱਗ-ਅਲੱਗ ਮਾਪਦੰਡਾਂ 'ਤੇ ਦੇਖਿਆ ਗਿਆ ਕਿ ਡਿਲੇਡ ਪਲੇਜ਼ਰ ਵਾਲੇ ਬੱਚੇ ਜਿਹੜੇ 10 ਮਿੰਟ ਰੁਕ ਪਾਏ, ਕਿ ਇੰਸਟੈਂਟ ਪਲੇਜ਼ਰ ਵਾਲੇ ਬੱਚੇ ਜਿਹੜੇ ਨਹੀਂ ਰੁਕ ਪਾਏ, ਦੋਨਾਂ 'ਚੋਂ ਜ਼ਿੰਦਗੀ 'ਚ ਸਫਲ ਕੌਣ ਜ਼ਿਆਦਾ ਸੀ। ਓਵਰਵੈਲਮਿੰਗ ਐਵੀਡੈਂਸ ਸੀ, ਯਾਨੀ ਇੱਕ ਹੀ ਵਰਡਿਕਟ, ਇੱਕ ਹੀ ਡਿਸੀਜਨ ਸਾਹਮਣੇ ਆਇਆ, ਇੱਕ ਹੀ ਰਿਜ਼ਲਟ ਸਾਹਮਣੇ ਆਇਆ। ਉਹ ਇਹ ਸੀ ਕਿ ਜਿਹੜੇ ਬੱਚੇ ਪਲੇਜ਼ਰ ਨੂੰ ਡਿਲੇ ਕਰ ਪਾਏ ਉਹ ਜ਼ਿੰਦਗੀ 'ਚ ਕਿਤੇ ਕਾਮਯਾਬ ਨੇ, ਨਾ ਸਿਰਫ ਕਿਸੇ ਇੱਕ ਮਾਪਦੰਡ 'ਤੇ। ਜਦੋਂ ਅਸੀਂ ਕਾਮਯਾਬੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਾਹਦੀ ਗੱਲ ਕਰਦੇ ਹਾਂ? ਅਸੀਂ ਹੈਲਥ ਦੀ ਗੱਲ ਕਰ ਰਹੇ ਹਾਂ, ਅਸੀਂ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਹਾਂ, ਅਤੇ ਪੈਸਾ ਕਿੰਨਾ ਕਮਾ ਰਹੇ ਹੋ। ਤਿੰਨੇ ਮਾਪਦੰਡਾਂ 'ਤੇ ਨਾ ਸਿਰਫ ਪਲੇਜ਼ਰ ਡਿਲੇ ਕਰਨ ਵਾਲੇ ਬੱਚੇ ਸਿਹਤਮੰਦ ਜ਼ਿਆਦਾ ਸੀ ਆਪਣੀ ਜ਼ਿੰਦਗੀ 'ਚ, ਹੁਣ ਤਾਂ ਉਹ ਐਡਲਟ ਹੋ ਚੁੱਕੇ ਸੀ, ਉਹ ਰਿਲੇਸ਼ਨਸ਼ਿਪ ਦਾ ਨਿਰਵਾਹ ਵੀ ਜ਼ਿਆਦਾ ਬੈਟਰ ਢੰਗ ਨਾਲ ਕਰ ਪਾ ਰਹੇ ਸੀ, ਉਹ ਬਿਜ਼ਨਸ ਵਾਈਜ਼ ਵੀ ਜ਼ਿਆਦਾ ਸਕਸੈਸਫੁਲ ਸੀ ਫਾਈਨੈਂਸ਼ੀਅਲੀ। ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਡਿਲੇ ਕਰ ਪਾਉਣ ਦੀ ਐਬਿਲਿਟੀ ਆਪਣੇ ਪਲੇਜ਼ਰ ਦੀ ਕਿੰਨੀ ਜ਼ਰੂਰੀ ਹੈ। ਹੁਣ ਮੈਂ ਥੋੜ੍ਹਾ ਜ਼ਿਆਦਾ ਇਹਦੇ ਡਿਸਕਸ਼ਨ 'ਚ ਨਹੀਂ ਜਾਣਾ ਚਾਹੁੰਦਾ, ਇਹ ਆਪਦੇ ਆਪ 'ਚ ਇੱਕ ਬਹੁਤ ਵਧੀਆ ਵਿਸ਼ਾ, ਇਸ 'ਤੇ ਵੀਡੀਓ ਹੋ ਸਕਦੀ ਹੈ, ਬਟ ਇਹ ਮੈਂ ਇੱਕ ਛੋਟਾ ਜਿਹਾ ਤੱਥ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ ਕਿ ਸਿਰਫ ਪ੍ਰੋਕ੍ਰੈਸਟੀਨੇਸ਼ਨ ਦੀ ਗੱਲ ਨਹੀਂ ਹੈ, ਵੈਸੇ ਵੀ ਪਲੇਜ਼ਰ ਨੂੰ ਡਿਲੇ ਕਰ ਪਾਉਣ ਦੀ ਐਬਿਲਿਟੀ, ਯਾਨੀ ਕਿ ਡਿਲੇਡ ਪਲੇਜ਼ਰ ਚੂਜ਼ ਕਰ ਪਾਉਣ ਦੀ ਐਬਿਲਿਟੀ ਬਹੁਤ ਹੀ ਜ਼ਰੂਰੀ ਹੁੰਦੀ ਹੈ। ਅੱਛਾ, ਤਾਂ ਹਾਂ, ਹੁਣ ਥੋੜ੍ਹਾ ਜਿਹਾ ਆਪਾਂ ਔਨ ਟਰੈਕ ਵਾਪਸ ਆਉਂਦੇ ਹਾਂ। ਤਾਂ ਪ੍ਰੋਕ੍ਰੈਸਟੀਨੇਸ਼ਨ ਉਦੋਂ ਪੈਦਾ ਹੁੰਦੀ ਹੈ ਜਦੋਂ ਤੁਸੀਂ ਆਪਣੀ ਦਿਨਚਰਿਆ ਦੌਰਾਨ ਇੰਸਟੈਂਟ ਪਲੇਜ਼ਰ ਨੂੰ ਜ਼ਿਆਦਾ ਚੂਜ਼ ਕਰਦੇ ਹੋ, ਉਹਨਾਂ ਆਪਸ਼ਨਸ ਨੂੰ, ਅਤੇ ਡਿਲੇਡ ਪਲੇਜ਼ਰ ਵਾਲੇ ਆਪਸ਼ਨਸ ਨੂੰ ਨਹੀਂ ਚੂਜ਼ ਕਰਦੇ। ਇੱਦਾਂ ਦੇ ਐਫਰਟਸ ਨੂੰ ਚੂਜ਼ ਨਹੀਂ ਕਰਦੇ ਜਿਨ੍ਹਾਂ ਦਾ ਫਾਇਦਾ ਤੁਹਾਨੂੰ ਤੁਰੰਤ ਨਹੀਂ ਮਿਲਣਾ। ਅੱਛਾ, ਤਾਂ ਇਸ ਤੋਂ ਸਾਨੂੰ ਪਤਾ ਲੱਗਦਾ ਕਿ ਇਸ ਦਾ ਜਿਹੜਾ ਹੱਲ ਹੈ, ਇਨਫੈਕਟ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗਾ, ਜੇ ਤੁਸੀਂ ਆਪਣੀ ਜ਼ਿੰਦਗੀ ਦੌਰਾਨ ਸਿਰਫ ਇਹ ਨੋਟਿਸ ਕਰਨਾ ਸਟਾਰਟ ਕਰ ਦਿਓ ਕਿ ਕਦੋਂ ਤੁਸੀਂ IP ਚੂਜ਼ ਕਰ ਰਹੇ ਹੋ, ਕਦੋਂ DP ਚੂਜ਼ ਕਰ ਰਹੇ ਹੋ, IP ਇੰਸਟੈਂਟ ਪਲੇਜ਼ਰ, DP ਡਿਲੇਡ ਪਲੇਜ਼ਰ, ਤਾਂ ਵੀ ਇਸ ਚੀਜ਼ 'ਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ, ਬਿਕੋਜ਼ ਤੁਸੀਂ ਉਸ ਚੀਜ਼ ਨੂੰ ਦੇਖ ਪਾ ਰਹੇ ਹੁੰਦੇ। ਪਹਿਲਾਂ ਉਹ ਅਨਕੌਨਸ਼ੀਅਸਲੀ ਹੋ ਰਹੀ ਹੁੰਦੀ ਹੈ, ਹੁਣ ਉਹ ਹੋਸ਼ੋ ਹਵਾਸ 'ਚ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਛਾ, ਤਾਂ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਉਹ ਇਹ ਹੈ ਕਿ ਇਸ ਪੁਆਇੰਟ 'ਤੇ ਮੇਰੇ ਹਿਸਾਬ ਤੋਂ ਤੁਹਾਨੂੰ ਵੀਡੀਓ ਦੇ ਅੰਦਰ ਰੁਕ ਕੇ ਇੱਕ ਲਿਸਟ ਬਣਾਉਣੀ ਚਾਹੀਦੀ ਹੈ। ਤੁਹਾਨੂੰ ਇੱਕ ਬਲੈਂਕ ਪੇਜ, ਵੀਡੀਓ ਨੂੰ ਰੋਕ ਕੇ ਬਲੈਂਕ ਪੇਜ ਲੈ ਕੇ ਇੱਕ ਸੈਂਟਰ 'ਚ ਲਕੀਰ ਖਿੱਚੋ, ਠੀਕ ਹੈ। ਜੋ ਲੈਫਟ ਸਾਈਡ ਹੈ ਉਹਦੇ ਲੈਫਟ ਸਾਈਡ ਲਿਖੋ ਇੰਸਟੈਂਟ ਪਲੇਜ਼ਰ, ਰਾਈਟ ਸਾਈਡ ਲਿਖੋ ਡਿਲੇਡ ਪਲੇਜ਼ਰ, ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਬਾਰੇ ਸੋਚੋ, ਦਿਨ ਬਾਰੇ ਸੋਚੋ। ਦਿਨ ਦੇ ਦੌਰਾਨ ਕਿਹੜੇ ਇੱਦਾਂ ਦੇ ਕੰਮ ਹੈ ਜੋ ਤੁਸੀਂ ਇੰਸਟੈਂਟ ਪਲੇਜ਼ਰ ਦੇ ਤੌਰ 'ਤੇ ਕਰਦੇ ਹੋ। WhatsApp, Facebook, ਜਨਰਲੀ ਸਮਾਰਟਫੋਨ ਚਲਾਉਣਾ, ਗੱਪਸ਼ਪ ਮਾਰਨੀ, ਸਵਾਦਿਸ਼ਟ ਖਾਣਾ ਖਾਣਾ। ਐਂਡ ਫਿਰ ਰਾਈਟ ਸਾਈਡ ਲਿਸਟ ਦੇ ਇਹ ਦੇਖੋ ਵੀ ਤੁਸੀਂ ਜ਼ਿੰਦਗੀ 'ਚ ਕਿੰਨੇ ਇੰਨੇ ਐਫਰਟ ਕਰ ਰਹੇ ਹੋ ਆਪਣੀ ਦਿਨਚਰਿਆ 'ਚ, ਜਿਨ੍ਹਾਂ ਦਾ ਮਜ਼ਾ ਤੁਹਾਨੂੰ ਕੱਲ੍ਹ ਨੂੰ, ਹਫ਼ਤੇ ਨੂੰ, 10 ਦਿਨ ਨੂੰ, ਸਾਲ ਬਾਅਦ, ਤੁਹਾਡੇ ਬੁਢੇਪੇ 'ਚ ਮਿਲਣਾ। ਤਾਂ ਇਹ ਲਿਸਟ ਤੁਸੀਂ ਪਹਿਲਾਂ ਤਿਆਰ ਕਰੋ, ਠੀਕ। ਮੈਂ ਇੱਕ ਸੈਂਪਲ ਲਿਸਟ ਤੁਹਾਨੂੰ ਸਕਰੀਨ 'ਤੇ ਦਿਖਾ ਦਿੰਦਾ, ਤਾਂ ਉਹ ਤੁਸੀਂ ਬਾਅਦ 'ਚ ਦੇਖ ਵੀ ਸਕਦੇ ਹੋ ਕਿ ਇਹ ਕੀ ਚੀਜ਼ਾਂ ਪੋਸੀਬਲੀ ਇਹਦੇ ਅੰਦਰ ਆ ਸਕਦੀਆਂ ਨੇ, ਬਟ ਮੈਂ ਚਾਹੂੰਗਾ ਤੁਸੀਂ ਆਪਣੀ ਲਿਸਟ ਤਿਆਰ ਕਰੋ। ਐਂਡ ਓਬਵੀਅਸਲੀ ਉਸ ਤੋਂ ਬਾਅਦ ਤੁਸੀਂ ਵੀਡੀਓ 'ਚ ਵਾਪਸ ਆਉਂਗੇ। ਤਾਂ ਆਈ ਹੋਪ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਇੱਦਾਂ ਦੀ ਲਿਸਟ ਬਣਾ ਲਈ ਹੋਣੀ ਹੈ। ਕੁਝ ਪ੍ਰੈਡਿਕਸ਼ਨਸ ਤੁਹਾਡੀ ਲਿਸਟ ਬਾਰੇ ਮੈਂ ਆਲਰੇਡੀ ਕਰ ਸਕਦਾ। ਲੈਫਟ ਸਾਈਡ ਤੁਸੀਂ ਇੰਸਟੈਂਟ ਪਲੇਜ਼ਰ, ਰਾਈਟ ਸਾਈਡ ਡਿਲੇਡ ਪਲੇਜ਼ਰ ਜੇ ਰੱਖਿਆ ਤਾਂ ਤੇ ਜੇਕਰ ਤੁਸੀਂ ਇੱਕ ਪ੍ਰੋਕ੍ਰੈਸਟੀਨੇਟਰ ਹੋ, ਜੇਕਰ ਤੁਹਾਨੂੰ ਕੰਮ ਟਾਲਣ ਦੀ ਆਦਤ ਹੈ, ਤਾਂ ਆਈ ਕੈਨ ਗੈਰੰਟੀ ਯੂ ਵਿਦ 100% ਸਰਟੇਨਿਟੀ ਵੀ ਤੁਹਾਡੀ ਜਿਹੜੀ ਲੈਫਟ ਸਾਈਡ ਆ ਉਹ ਬਹੁਤ ਜ਼ਿਆਦਾ ਲੰਬੀ ਹੈ। ਤੁਹਾਡੀ ਜਿਹੜੀ ਲੈਫਟ ਸਾਈਡ ਦੀ ਲਿਸਟ ਹੈ ਉਹਦੇ 'ਚ ਬਥੇਰੀਆਂ ਚੀਜ਼ਾਂ ਤੁਹਾਨੂੰ ਲਿਖਣ ਨੂੰ ਮਿਲ ਗਈਆਂ ਹੋਣਗੀਆਂ, ਜਦਕਿ ਜਿਹੜੀ ਰਾਈਟ ਸਾਈਡ ਵਾਲੀ ਲਿਸਟ ਹੈ ਉਹ ਲਗਭਗ ਖਾਲੀ ਹੀ ਰਹਿ ਗਈ ਹੋਣੀ ਹੈ। ਤੁਹਾਨੂੰ ਰੀਅਲਾਈਜ਼ ਹੋਇਆ ਹੋਣਾ ਕਿ ਤੁਸੀਂ ਜ਼ਿਆਦਾ ਕੁਛ ਇੱਦਾਂ ਦੀਆਂ ਚੀਜ਼ਾਂ ਕਰ ਨਹੀਂ ਰਹੇ ਜ਼ਿੰਦਗੀ 'ਚ ਜਿਨ੍ਹਾਂ ਦਾ ਫਾਇਦਾ ਠਹਿਰ ਕੇ ਮਿਲਣਾ ਹੈ। ਤੁਸੀਂ ਬਹੁਤ ਸਾਰੀਆਂ ਜ਼ਿੰਦਗੀ ਨੂੰ ਇਹੋ ਜਿਹੀਆਂ ਚੀਜ਼ਾਂ ਨਾਲ ਭਰ ਰੱਖਿਆ ਜਿਨ੍ਹਾਂ ਦਾ ਮਜ਼ਾ ਬਸ ਉੱਥੋਂ ਤੱਕ ਹੀ ਸੀਮਿਤ ਹੈ ਜਦੋਂ ਤੱਕ ਤੁਸੀਂ ਉਹ ਕਰ ਰਹੇ ਹੋ। ਫਿਲਮਾਂ ਦੇਖਣਾ, ਦੋਸਤਾਂ ਨਾਲ ਗੱਪਸ਼ਪ ਮਾਰਨੀ,
WhatsApp ਦੇ ਸਟੇਟਸ ਦੇਖਦੇ ਰਹਿਣਾ, Instagram 'ਤੇ ਧੱਕੇ ਖਾਂਦੇ ਰਹਿਣਾ। ਧੱਕੇ ਖਾਣਾ ਹੀ ਹੁੰਦਾ ਓਬਵੀਅਸਲੀ, ਵੀ ਡੋਂਟ ਡੂ ਐਨੀਥਿੰਗ ਪ੍ਰੋਡਕਟਿਵ ਦੇਅਰ। ਇੱਕ ਚੀਜ਼ ਤੁਸੀਂ ਹੋਰ ਨੋਟਿਸ ਕਰੋਗੇ ਕਿ ਜਿਹੜੀ ਤੁਹਾਡੀ ਰਾਈਟ ਸਾਈਡ ਵਾਲੀ ਲਿਸਟ ਹੈ ਡਿਲੇਡ ਪਲੇਜਰ ਵਾਲੀ, ਉਹਦੇ ਮਾਮਲੇ 'ਚ ਤੁਸੀਂ ਕੰਸਿਸਟੈਂਟ ਵੀ ਬਹੁਤ ਘੱਟ ਹੋ। ਉਹ ਚੀਜ਼ਾਂ ਤੁਸੀਂ ਲਗਾਤਾਰ ਵੀ ਨਹੀਂ ਕਰ ਪਾਉਂਦੇ। ਲੇਕਿਨ ਜਿਹੜੀ ਇੰਸਟੈਂਟ ਪਲੇਜਰ ਵਾਲੀ ਲਿਸਟ, ਉਹ ਕੰਮ ਤੁਸੀਂ ਲਗਾਤਾਰ ਕਰ ਲੈਂਦੇ ਹੋ। ਗੱਪ-ਸ਼ੱਪ ਮਾਰਨ ਤੋਂ ਤੁਹਾਨੂੰ ਕਦੇ ਗੁਰੇਜ਼ ਨਹੀਂ ਹੁੰਦਾ, ਕਦੇ ਨਹੀਂ ਉਸ ਕੰਮ ਨੂੰ ਟਾਲਦੇ ਤੁਸੀਂ। ਕਦੇ ਤੁਸੀਂ WhatsApp ਦੇ ਸਟੇਟਸ ਦੇਖਣ ਨੂੰ ਰੋਜ਼ ਨਹੀਂ ਟਾਲਦੇ, ਕਦੇ Instagram ਚਲਾਉਣ ਨੂੰ ਨਹੀਂ ਟਾਲਦੇ। ਜੋ ਵੀ ਚੀਜ਼ਾਂ TikTok ਵਟਐਵਰ ਜੋ ਤੁਹਾਡੇ ਇੰਸਟੈਂਟ ਪਲੇਜਰ ਹੈ, ਉਹਦੇ 'ਚ ਕੋਈ ਟਾਲ ਨਹੀਂ ਹੈ, ਉਹਦੇ 'ਚ ਕੋਈ ਡਿਲੇ ਨਹੀਂ ਹੁੰਦਾ। ਉਹਦੇ 'ਚ ਕਿਸੇ ਦਿਨ ਨਹੀਂ ਤੁਸੀਂ ਕਹਿੰਦੇ ਕੱਲ੍ਹ ਕਰ ਲਾਂਗੇ। ਲੇਕਿਨ ਜੋ ਡਿਲੇਡ ਪਲੇਜਰ ਵਾਲੀਆਂ ਚੀਜ਼ਾਂ ਉਹਦੇ ਅੰਦਰ ਤੁਸੀਂ ਕਰਦੇ ਹੋ। ਤਾਂ ਇਸ ਤੋਂ ਸਾਨੂੰ ਬੜਾ ਕਲੀਅਰਲੀ ਦਿਖ ਜਾਂਦਾ ਹੈ ਕਿ ਸਾਡੀ ਪ੍ਰੋਕਰੈਸਟੀਨੇਸ਼ਨ ਦੀ ਜੜ ਕੀ ਹੈ। ਸਾਡੀ ਪ੍ਰੋਕਰੈਸਟੀਨੇਸ਼ਨ ਦੀ ਜੜ ਦੋ ਤਰ੍ਹਾਂ ਦੀ ਹੈ। ਇੰਸਟੈਂਟ ਗ੍ਰੈਟੀਫਿਕੇਸ਼ਨ ਵਾਲੇ ਸੋਰਸਿਸ ਨੂੰ ਰੈਜ਼ਿਸਟ ਨਹੀਂ ਕਰ ਪਾ ਰਹੇ ਅਸੀਂ, ਉਹ ਸਾਨੂੰ ਖਿੱਚਦੇ ਨੇ, ਅਸੀਂ ਉਹਨਾਂ 'ਚ ਖੁੱਬੇ ਰਹਿੰਦੇ ਹਾਂ। ਉਹ ਸਾਡੇ ਲਈ ਸ਼ਾਇਦ ਇੱਕ ਰਿਫਿਊਜ ਦਾ ਕੰਮ ਕਰਦੇ ਆ, ਉਹਦੀ ਅਸੀਂ ਸ਼ਰਨ ਲੈਂਦੇ ਹਾਂ ਕਿਉਂਕਿ ਅਸੀਂ ਕੰਮ ਨਹੀਂ ਕਰ ਰਹੇ ਹੁੰਦੇ, ਅਸੀਂ ਉਹ ਚੀਜ਼ਾਂ ਕਰ ਰਹੇ ਹੁੰਦੇ ਹਾਂ। ਅਤੇ ਇਹਦੇ ਨਾਲ ਨਾਲ ਤੁਹਾਡੇ ਲਈ ਖੁਦ ਨੂੰ ਖਿੱਚ ਕੇ ਲਿਜਾ ਪਾਉਣਾ ਉਹਨਾਂ ਚੀਜ਼ਾਂ ਵੱਲ ਜੋ ਡਿਲੇਡ ਪਲੇਜਰ ਦੇਣਗੀਆਂ, ਜਿਨ੍ਹਾਂ ਦਾ ਫਾਇਦਾ ਅੱਜ ਨਹੀਂ ਹੋਣਾ, 10 ਸਾਲਾਂ ਨੂੰ ਹੋਣਾ ਜਾਂ ਸਾਲ ਨੂੰ ਹੋਣਾ। ਜਿਵੇਂ ਕਿ ਤੁਹਾਡੇ ਪੜ੍ਹਾਈ ਕਰਨਾ ਜਾਂ ਬਿਜ਼ਨਸ ਦੇ ਅੰਦਰ ਇੰਨਾ ਮਨ ਲਾ ਸਕਣਾ ਕਿ 10 ਸਾਲਾਂ ਨੂੰ ਉਹ ਗਰੋ ਕਰਕੇ ਕਈ 10 ਗੁਣਾ ਹੋ ਚੁੱਕਿਆ ਹੋਵੇ। ਵਟਐਵਰ ਉਹ ਤੁਹਾਡੀ ਜ਼ਿੰਦਗੀ ਦੀ ਸਿਚੁਏਸ਼ਨ ਦੇ ਅਨੁਸਾਰ ਅਲੱਗ ਹੋ ਸਕਦਾ। ਤੁਸੀਂ ਹਾਊਸ ਵਾਈਫ ਹੋ ਸਕਦੇ ਹੋ, ਤੁਸੀਂ ਬਿਜ਼ਨਸਮੈਨ ਹੋ ਸਕਦੇ ਹੋ, ਤੁਸੀਂ ਪ੍ਰਾਈਵੇਟ ਇੰਪਲੋਈ ਹੋ ਸਕਦੇ ਹੋ। ਤਾਂ ਉਹ ਤਾਂ ਓਬਵੀਅਸਲੀ ਤੁਹਾਡੀ ਜ਼ਿੰਦਗੀ ਦੀ ਸਿਚੁਏਸ਼ਨ ਦੇ ਅਨੁਸਾਰ ਤੁਹਾਡੀ ਲਿਸਟ ਅਲੱਗ ਰਹੀ ਹੋਣੀ ਹੈ। ਬਟ ਆਈ ਹੋਪ ਇੱਕ ਜਿਹੜੀ ਆਬਜ਼ਰਵੇਸ਼ਨ ਮੈਂ ਦਿੱਤੀ ਕਿ ਇੱਕ ਪਾਸੇ ਲਿਸਟ ਲੰਬੀ ਹੈ ਅਤੇ ਇੱਕ ਪਾਸੇ ਕੰਸਿਸਟੈਂਸੀ ਵੀ ਜ਼ਿਆਦਾ, ਦੂਜੇ ਪਾਸੇ ਲਿਸਟ ਛੋਟੀ ਹੈ ਅਤੇ ਕੰਸਿਸਟੈਂਸੀ ਵੀ ਘੱਟ ਹੈ। ਇਹ ਤੁਸੀਂ ਨੋਟਿਸ ਕਰ ਪਾਓਗੇ, ਵਾਕਿਆ 'ਚ ਸੱਚ ਹੈ। ਤਾਂ ਸਵਾਲ ਇਹ ਉੱਠਦਾ ਕਿ ਇਹਦਾ ਹੱਲ ਕੀ ਕਰੀਏ। ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਇੱਕ ਫਰੇਮਵਰਕ ਦੇਣਾ ਚਾਹੂੰਗਾ, ਐਂਡ ਉਹ ਫਰੇਮਵਰਕ ਬੇਸਿਕਲੀ ਇਹ ਹੈ। ਦੇਖੋ, ਮੰਨ ਲਓ ਕਿਸੇ ਦਿਨ ਤੁਸੀਂ ਬੈਠ ਕੇ ਇਹੋ ਜਿਹਾ ਕੰਮ ਕਰਨ ਲੱਗਦੇ ਹੋ ਜਿਹਦੇ ਨਾਲ ਤੁਹਾਨੂੰ ਪਤਾ ਤੁਹਾਨੂੰ ਅੱਜ ਫਾਇਦਾ ਨਹੀਂ ਹੋਣਾ, ਤੁਹਾਨੂੰ ਇਹਦਾ ਫਾਇਦਾ ਬਾਅਦ 'ਚ ਹੋਣਾ। ਮੰਨ ਲਓ ਤੁਸੀਂ ਜੇ ਸਟੂਡੈਂਟ ਹੋ ਤਾਂ ਇੱਕ ਦਿਨ ਤੁਸੀਂ ਬੈਠ ਕੇ ਆਪਣੀ ਅਸਾਈਨਮੈਂਟ ਲਿਖ ਰਹੇ ਹੋ, ਆਪਣੀ ਮਰਜ਼ੀ ਨਾਲ ਲਿਖ ਰਹੇ ਹੋ, ਤੁਹਾਨੂੰ ਕਿਸੇ ਨੇ ਫੋਰਸ ਨਹੀਂ ਕੀਤਾ, ਤਾਂ ਕੋਈ ਡੈਡਲਾਈਨ ਨਹੀਂ ਉਹਦੀ, ਫਿਰ ਵੀ ਤੁਸੀਂ ਕਰ ਰਹੇ ਹੋ। ਤਾਂ ਤੁਸੀਂ ਇਹ ਮੰਨ ਸਕਦੇ ਹੋ ਵੀ ਤੁਹਾਡੇ ਅੰਦਰ ਇੱਕ ਸਿਆਣਾ ਇਨਸਾਨ ਵੀ ਬੈਠਾ ਹੈ ਜਿਹਨੂੰ ਪਤਾ ਹੈ ਕੀ ਕਰਨਾ ਹੈ। ਲੇਕਿਨ ਦੂਸਰੇ ਪਾਸੇ ਇੱਦਾਂ ਦੇ ਦਿਨ ਵੀ ਆਉਂਦੇ ਆ ਜਦੋਂ ਤੁਸੀਂ ਕੰਮ ਤੁਹਾਡੇ ਪੈਂਡਿੰਗ ਪਏ ਹੁੰਦੇ ਆ, ਲੇਕਿਨ ਤੁਸੀਂ WhatsApp 'ਚ ਖੁੱਬੇ ਪਏ ਹੁੰਦੇ ਹੋ ਜਾਂ ਹੋਰ ਫਾਲਤੂ ਚੀਜ਼ਾਂ 'ਚ ਗੱਲਾਂ ਮਾਰ ਰਹੇ ਹੋ। ਬੈਕ ਆਫ ਦਾ ਮਾਈਂਡ ਤੁਹਾਨੂੰ ਪਤਾ ਵੀ ਹੁੰਦਾ ਹੈ ਵੀ ਤੁਹਾਡਾ ਕੰਮ ਪੈਂਡਿੰਗ ਹੈ, ਅਤੇ ਸ਼ਾਇਦ ਤੁਹਾਨੂੰ ਉਹਦਾ ਗਿਲਟ ਵੀ ਹੁੰਦਾ। ਤਾਂ ਕਲੀਅਰਲੀ ਇਸ ਤੋਂ ਇਹ ਪਤਾ ਲੱਗਦਾ ਵੀ ਤੁਹਾਡੇ ਅੰਦਰ ਇੱਕ ਬੱਚਾ ਵੀ ਬੈਠਾ ਹੈ। ਇਹ ਹਰ ਇਨਸਾਨ ਦੀ ਕਹਾਣੀ ਹੈ, ਪ੍ਰੋਪੋਰਸ਼ਨ ਅਲੱਗ-ਅਲੱਗ ਹੁੰਦੀ ਹੈ। ਬੱਚਾ ਐਂਡ ਬਜ਼ੁਰਗ ਸਾਡੇ ਅੰਦਰ ਦੋਨਾਂ ਦੇ ਅੰਦਰ ਬੈਠਾ। ਸਾਡੇ ਅੰਦਰ ਇੱਕ ਸਿਆਣਾ ਇਨਸਾਨ ਵੀ ਬੈਠਾ ਜੋ ਮੱਤ ਦੇ ਸਕਦਾ, ਜਿਹਨੂੰ ਪਤਾ ਸਹੀ ਕੀ ਕਰਨਾ, ਐਂਡ ਸਾਡੇ ਅੰਦਰ ਇੱਕ ਬੱਚਾ ਵੀ ਬੈਠਾ। ਤੁਸੀਂ ਇਹ ਵੀ ਮੰਨ ਕੇ ਚੱਲ ਸਕਦੇ ਹੋ ਵੀ ਜਦੋਂ ਤੁਸੀਂ ਇੰਸਟੈਂਟ ਗ੍ਰੈਟੀਫਿਕੇਸ਼ਨ ਨਾਲ ਜੁੜੇ ਰਹਿੰਦੇ ਹੋ ਤਾਂ ਉਹ ਤੁਹਾਡਾ ਅੰਦਰਲਾ ਬੱਚਾ ਹੈ ਜੋ ਐਕਟ ਕਰ ਰਿਹਾ। ਇਸ ਪੁਆਇੰਟ 'ਤੇ ਤੁਹਾਡੇ ਅੰਦਰ ਬੈਠੇ ਬਜ਼ੁਰਗ ਦਾ ਕੰਮ ਹੁੰਦਾ ਕਿ ਉਹ ਤੁਹਾਨੂੰ ਇਸ ਕੰਮ ਤੋਂ ਰੋਕੇ। ਇੱਕ ਸਾਡੇ ਅੰਦਰ ਇੱਕ ਸਿਆਣੀ ਆਵਾਜ਼ ਵੀ ਹੈ ਅਤੇ ਸਾਡੇ ਅੰਦਰ ਇੱਕ ਬਚਕਾਨੀ ਆਵਾਜ਼ ਵੀ ਹੈ। ਬਿਲਕੁਲ ਉਸੇ ਤਰ੍ਹਾਂ ਕਿ ਮੰਨ ਲਓ ਤੁਹਾਨੂੰ ਕੋਈ ਚੀਜ਼ ਡਰਾ ਦੇ ਤਾਂ ਤੁਸੀਂ ਇਹ ਮੰਨ ਸਕਦੇ ਹੋ ਕਿ ਬੱਚਾ ਡਰ ਗਿਆ, ਤੁਹਾਡੇ ਅੰਦਰ ਬੈਠਾ ਬੱਚਾ ਡਰ ਰਿਹਾ। ਲੇਕਿਨ ਜਦੋਂ ਤੁਸੀਂ ਖੁਦ ਨੂੰ ਕਹਿੰਦੇ ਹੋ ਵੀ ਇੱਥੇ ਕੋਈ ਡਰਨ ਵਾਲੀ ਚੀਜ਼ ਨਹੀਂ, ਕੋਈ ਗੱਲ ਨਹੀਂ, ਹੌਸਲਾ ਰੱਖ, ਤਾਂ ਇੱਕ ਤਰ੍ਹਾਂ ਤੋਂ ਤੁਹਾਡੇ ਅੰਦਰ ਇੱਕ ਬੈਠਾ ਬਜ਼ੁਰਗ ਬੋਲ ਰਿਹਾ। ਤਾਂ ਇੱਕ ਹਾਲਾਂਕਿ ਆਪਾਂ ਇਸ ਹਿਸਾਬ 'ਤੇ ਵੀ ਇਹਦੇ ਬਾਰੇ ਸੋਚ ਸਕਦੇ ਹਾਂ ਕਿ ਇੰਸਟੈਂਟ ਗ੍ਰੈਟੀਫਿਕੇਸ਼ਨ ਜਾਂ ਇੰਸਟੈਂਟ ਪਲੇਜਰ ਅਤੇ ਡਿਲੇਡ ਪਲੇਜਰ ਪੈਦਾ ਕਰਦੇ ਆ ਪ੍ਰੋਕਰੈਸਟੀਨੇਟਰ ਨੂੰ। ਅਸੀਂ ਇੱਦਾਂ ਵੀ ਦੇਖ ਸਕਦੇ ਹਾਂ ਕਿ ਪ੍ਰੋਕਰੈਸਟੀਨੇਸ਼ਨ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਡੇ ਅੰਦਰਲਾ ਬੈਠਾ ਬੱਚਾ, ਇਮੋਸ਼ਨਲ ਬੱਚਾ ਜ਼ਿਆਦਾ ਹਾਵੀ ਹੋ ਜਾਂਦਾ ਹੈ ਸਾਡੀ ਜ਼ਿੰਦਗੀ 'ਚ, ਅਤੇ ਸਾਡੇ ਅੰਦਰ ਜਿਹੜੀ ਇੱਕ ਸਿਆਣੇ ਇਨਸਾਨ ਦੀ ਆਵਾਜ਼ ਹੈ, ਸਾਡੇ ਅੰਦਰ ਬੈਠਾ ਇੱਕ ਬਜ਼ੁਰਗ, ਉਹ ਐਕਟਿਵ ਉਹਨਾਂ ਨਹੀਂ ਰਹਿੰਦਾ। ਤਾਂ ਇਹ ਵੀ ਤੁਸੀਂ ਇੱਕ ਐਨਾਲੋਜੀ ਦਿਮਾਗ 'ਚ ਰੱਖ ਸਕਦੇ ਹੋ। ਖੈਰ, ਹੁਣ ਗੱਲ ਕਰਦੇ ਹਾਂ ਸੋਲਿਊਸ਼ਨਸ ਦੀ। ਵੈਸੇ ਤਾਂ ਦੇਖੋ ਬਹੁਤ ਸਾਰੇ ਸੋਲਿਊਸ਼ਨਸ ਇਹਦੇ ਹੋ ਸਕਦੇ ਆ, ਬਟ ਮੈਂ ਤੁਹਾਨੂੰ ਉਹ ਸੋਲਿਊਸ਼ਨਸ ਦੱਸੂੰਗਾ ਜੋ ਮੇਰੀ ਜ਼ਿੰਦਗੀ 'ਚ ਮੇਰੇ ਲਈ ਕੰਮ ਆਏ। ਸੋਲਿਊਸ਼ਨ ਨੰਬਰ 1, ਠੀਕ, ਪਹਿਲਾ ਗੱਲ ਤਾਂ ਇਹ ਹੈ ਕਿ ਤੁਹਾਨੂੰ ਇਹ ਸਮਝਣਾ ਪਊਗਾ ਕਿ ਤੁਸੀਂ ਚਾਹੋ ਅਤੇ ਤੁਸੀਂ ਨਾ ਚਾਹੋ, ਲੇਕਿਨ ਤੁਸੀਂ ਜ਼ਿੰਦਗੀ 'ਚ ਚੋਇਸ ਮੇਕ ਕਰਦੇ ਹੋ। ਤੁਸੀਂ ਕਦੇ ਇੰਸਟੈਂਟ ਗ੍ਰੈਟੀਫਿਕੇਸ਼ਨ ਚੂਜ਼ ਕਰਦੇ ਹੋ, ਕਦੇ ਡਿਲੇਡ ਗ੍ਰੈਟੀਫਿਕੇਸ਼ਨ ਚੂਜ਼ ਕਰਦੇ ਹੋ। ਗ੍ਰੈਟੀਫਿਕੇਸ਼ਨ ਮਤਲਬ ਪਲੇਜਰ। ਹੁਣ ਤੋਂ ਤੁਸੀਂ ਸਿਰਫ ਇਹਨੂੰ ਕੌਨਸ਼ੀਅਸਲੀ ਕਰਨਾ ਸਟਾਰਟ ਕਰਨਾ।
ਰੋਜ਼ਮर्रा ਦੌਰਾਨ ਜਦੋਂ ਵੀ ਕੋਈ ਤੁਸੀਂ ਚੀਜ਼ ਕਰਨ ਲਈ ਮੋਟੀਵੇਟ ਹੋਵੋਗੇ, ਤੁਸੀਂ ਖੁਦ ਨੂੰ ਸਵਾਲ ਕਰਨਾ ਹੈ ਕਿ ਮੈਂ ਇਹ ਚੀਜ਼ ਇਸ ਕਰਕੇ ਕਰ ਰਿਹਾ ਕਿਉਂਕਿ ਮੈਨੂੰ ਇਹਦਾ ਹੁਣੇ ਹੀ ਕੋਈ ਮਜ਼ਾ ਮਿਲਣ ਵਾਲਾ, ਜਾਂ ਮੈਂ ਇਸ ਲਈ ਕਰ ਰਿਹਾ ਕਿਉਂਕਿ ਮੈਨੂੰ ਮੇਰੇ ਫਿਊਚਰ ਲਈ ਇਹ ਚੀਜ਼ ਫਾਇਦੇਮੰਦ ਹੈ। ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਜੇ ਉਹ ਚੀਜ਼ ਇੰਸਟੈਂਟ ਮਜ਼ੇ ਵਾਲੀ ਹੋਈ ਤਾਂ ਨਾ ਕਰਿਓ, ਅਤੇ ਫਿਊਚਰ ਦੇ ਫਾਇਦੇ ਵਾਲੀ ਹੋਈ ਤਾਂ ਕਰਿਓ। ਜੇ ਤੁਸੀਂ ਤੁਹਾਨੂੰ ਇਹ ਸੁਣਿਆ ਤਾਂ ਤੁਸੀਂ ਮੇਰੀ ਗੱਲ ਨਹੀਂ ਸਮਝ ਪਾਏ। ਲੈਟ ਮੀ ਰਿਪੀਟ, ਮੈਂ ਇਹ ਕਹਿ ਰਿਹਾ ਕਿ ਤੁਸੀਂ ਸਿਰਫ ਇਸ ਚੋਇਸ ਬਾਰੇ ਕੌਨਸ਼ੀਅਸ ਹੋਣਾ। ਅੱਜ ਤੋਂ ਪਹਿਲਾਂ ਇਹ ਚੋਇਸ ਆਟੋਮੈਟਿਕਲੀ ਹੋ ਰਹੀ ਸੀ, ਤੁਹਾਡੀ ਨਿਗਾਹ ਤੋਂ ਬਾਹਰ ਹੋ ਰਹੀ ਸੀ, ਤੁਸੀਂ ਕਰ ਦਿੰਦੇ ਸੀ ਬਟ ਤੁਹਾਡਾ ਧਿਆਨ ਨਹੀਂ ਸੀ ਉਹਦੇ ਵੱਲ। ਅੱਜ ਤੋਂ ਬਾਅਦ ਜੋ ਵੀ ਚੋਇਸ ਤੁਸੀਂ ਮੇਕ ਕਰਿਆ ਕਰੋਗੇ, ਉਹ ਇੰਸਟੈਂਟ ਗ੍ਰੈਟੀਫਿਕੇਸ਼ਨ ਵਾਲੀ ਹੈ ਅਤੇ ਭਾਵੇਂ ਡਿਲੇਡ ਗ੍ਰੈਟੀਫਿਕੇਸ਼ਨ ਪਲੇਜਰ ਵਾਲੀ ਹੈ, ਉਹ ਤੁਹਾਡੀ ਨਿਗਰਾਨੀ ਹੇਠ ਹੋਣਾ ਚਾਹੀਦੀ ਹੈ। ਤੁਸੀਂ ਕਹੋਗੇ ਇਹਦੇ ਨਾਲ ਕੀ ਹੋ ਸਕਦਾ? ਬੇਸਿਕਲੀ ਜੇ ਤੁਹਾਡਾ ਕੋਈ ਵੀ ਬਿਹੇਵੀਅਰ ਪੈਟਰਨ ਹੈ ਉਹ ਆਟੋਮੇਟਿਡ ਹੋ ਚੁੱਕਿਆ, ਉਹ ਅਨਕੌਂਸ਼ੀਅਸ ਹੈ, ਜੇ ਤੁਸੀਂ ਉਹਨੂੰ ਕੌਨਸ਼ੀਅਸਨੈਸ ਦੀ ਰੋਸ਼ਨੀ 'ਚ ਲਿਆਓ ਤਾਂ ਤੁਹਾਡਾ ਉਸ 'ਤੇ ਕੰਟਰੋਲ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਯਾਨੀ ਕਦੇ ਕਦੇ ਜੇ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਇੰਸਟੈਂਟ ਗ੍ਰੈਟੀਫਿਕੇਸ਼ਨ ਲਈ ਇਹ ਚੀਜ਼ ਕਰ ਰਹੇ ਹੋ, ਕਦੇ ਕਦੇ ਤੁਸੀਂ ਉਸ ਚੀਜ਼ ਨੂੰ ਕਰਨ ਤੋਂ ਖੁਦ ਨੂੰ ਰੋਕ ਲਓਗੇ, ਕਦੇ ਕਦੇ ਸ਼ੁਰੂ ਵਿੱਚ, ਕਦੇ ਕਦੇ। ਅਤੇ ਜੇ ਤੁਸੀਂ ਕੌਨਸ਼ੀਅਸ ਹੋ ਇਸ ਚੀਜ਼ ਬਾਰੇ, ਇਹ ਵੀ ਹੋ ਸਕਦਾ ਕਦੇ ਤੁਸੀਂ ਡਿਲੇਡ ਗ੍ਰੈਟੀਫਿਕੇਸ਼ਨ ਵਾਲੀ ਕੋਈ ਚੀਜ਼, ਵਾਕਈ 'ਚ ਜਿਹੜੀ ਚੀਜ਼ ਨੇ ਤੁਹਾਨੂੰ ਫਿਊਚਰ 'ਚ ਕੰਮ ਆਉਣਾ ਉਹ ਕਰ ਰਹੇ ਹੋ, ਲੇਕਿਨ ਤੁਸੀਂ ਉਹਨੂੰ ਛੱਡਣ ਲੱਗੇ ਹੋ ਕਿਉਂਕਿ ਉਹ ਬੋਰਿੰਗ ਹੈ। ਅਚਾਨਕ ਤੁਹਾਨੂੰ ਰੀਅਲਾਈਜ਼ ਹੋਊਗਾ ਕਿ ਮੈਂ ਹੁਣ ਮਜ਼ੇ ਲਈ ਤਾਂ ਇਹਨੂੰ ਕਰ ਹੀ ਨਹੀਂ ਰਿਹਾ, ਮੈਂ ਇਸ ਲਈ ਥੋੜ੍ਹਾ ਨਾ ਲਿਖ ਰਿਹਾ ਕਿ ਮੈਨੂੰ ਇਸ ਸਮੇਂ ਮਜ਼ਾ ਆਉਣਾ, ਮੈਂ ਤਾਂ ਫਿਊਚਰ ਲਈ ਕਰ ਰਿਹਾ। ਤਾਂ ਹੋ ਸਕਦਾ ਉੱਥੇ ਤੁਸੀਂ ਉਹਨੂੰ ਛੱਡ ਕੇ ਜਾਣ ਵਾਲੇ ਸੀ, ਤੁਸੀਂ ਨਾ ਛੱਡੋ। ਜਿੰਨਾ ਜ਼ਿਆਦਾ ਤੁਸੀਂ ਕੌਨਸ਼ੀਅਸ ਹੁੰਦੇ ਜਾਓਗੇ ਇਸ ਚੀਜ਼ ਬਾਰੇ, ਤੁਸੀਂ ਰੀਅਲਾਈਜ਼ ਕਰੋਗੇ, ਓਨਾ ਤੁਹਾਡਾ ਕੰਟਰੋਲ ਵੱਧਦਾ ਜਾਊਗਾ ਤੁਹਾਡੇ ਡਿਸੀਜਨਸ 'ਤੇ। ਇਹ ਅਨਕੌਂਸ਼ੀਅਸ ਡਿਸੀਜਨ ਕੌਨਸ਼ੀਅਸ ਹੋ ਜਾਊਗਾ। ਆਈ ਹੋਪ ਮੈਂ ਤੁਹਾਨੂੰ ਉਲਝਾਇਆ ਨਹੀਂ ਹੋਊਗਾ, ਕਲੀਅਰ ਕਰ ਪਾਊਂਗਾ। ਦੂਸਰੀ ਇੰਪੋਰਟੈਂਟ ਚੀਜ਼ ਹੁੰਦੀ ਹੈ ਸੈਲਫ ਟਾਕ। ਜਦੋਂ ਵੀ ਤੁਸੀਂ ਖੁਦ ਨੂੰ ਖੁੱਬਿਆ ਮਹਿਸੂਸ ਕਰੋ, ਤੁਹਾਨੂੰ ਲੱਗੇ ਕਿ ਮੈਂ ਉਸ ਦਿਮਾਗੀ ਫੇਜ਼ ਦੇ ਅੰਦਰ ਹਾਂ ਜਿੱਥੇ ਮੈਂ ਉਹ ਕੰਮ ਨਹੀਂ ਕਰ ਰਿਹਾ ਜੋ ਮੈਨੂੰ ਕਰਨੇ ਚਾਹੀਦੇ ਆ, ਮੈਂ ਜ਼ਰੂਰੀ ਕੰਮਾਂ ਨੂੰ ਟਾਲ ਰਿਹਾ, ਮੈਂ ਉਹਨਾਂ ਕੰਮਾਂ ਨੂੰ ਟਾਲ ਰਿਹਾ ਜੋ ਮਜ਼ੇਦਾਰ ਨਹੀਂ ਹੈ ਜਾਂ ਜਿਨ੍ਹਾਂ ਦਾ ਮਜ਼ਾ ਫਿਊਚਰ 'ਚ ਮਿਲਣਾ, ਤਾਂ ਤੁਸੀਂ ਖੁਦ ਨੂੰ ਸਵਾਲ ਕਰ ਸਕਦੇ ਹੋ ਕਿ ਜੇਕਰ ਮੈਂ ਇੱਦਾਂ ਫੀਲ ਕਰ ਰਿਹਾ ਅਤੇ ਮੇਰੇ ਅੰਦਰ ਇੱਕ ਸਿਆਣਾ ਬਜ਼ੁਰਗ ਵੀ ਬੈਠਾ ਹੈ ਤਾਂ ਉਹ ਕੀ ਕਹੂਗਾ ਮੈਨੂੰ ਮੋਟੀਵੇਟ ਕਰਨ ਲਈ, ਅਤੇ ਖੁਦ ਨੂੰ ਉਹ ਗੱਲ ਕਹੋ, ਯਾਨੀ ਕਿ ਸੈਲਫ ਟਾਕ। ਠੀਕ ਹੈ, ਸੈਲਫ ਟਾਕ ਕੀ ਹੁੰਦੀ ਹੈ? ਦੇਖੋ, ਸੈਲਫ ਟਾਕ ਇਹ ਹੋ ਸਕਦੀ ਹੈ ਵੀ ਤੁਸੀਂ ਸੈਲਫ ਟਾਕ ਇਹ ਵੀ ਹੋ ਸਕਦੀ ਹੈ ਕਿ ਜਦੋਂ ਤੁਸੀਂ ਆਪਣਾ ਕੰਮ ਨਹੀਂ ਕਰ ਪਾ ਰਹੇ ਤਾਂ ਤੁਸੀਂ ਖੁਦ ਨੂੰ ਆਪਦੇ ਮਨ 'ਚ ਹੀ ਨੀਵਾਂ ਦਿਖਾ ਰਹੇ ਹੋ ਕਿ ਜਾ ਯਾਰ ਤੇਰੇ ਤੋਂ ਕੁਛ ਨਹੀਂ ਹੁੰਦਾ, ਤੇਰਾ ਕੁਛ ਨਹੀਂ ਬਣਨਾ, ਤੇਰਾ ਤਾਂ ਮਨ ਬੜਾ ਕਮਜ਼ੋਰ ਹੈ। ਇੱਕ ਸੈਲਫ ਟਾਕ ਹੈ। ਇੱਕ ਸੈਲਫ ਟਾਕ ਇਹ ਵੀ ਹੋ ਸਕਦੀ ਹੈ ਵੀ ਚੱਲ ਕੋਈ ਗੱਲ ਨਹੀਂ, ਤੇਰਾ ਹਾਲੇ ਦਿਲ ਨਹੀਂ ਕਰ ਰਿਹਾ, ਯਾਨੀ ਮੈਂ ਆਪਣੇ ਨਾਲ ਹੀ ਗੱਲ ਕਰ ਰਿਹਾ ਕਿ ਤੇਰਾ ਹਾਲੇ ਦਿਲ ਨਹੀਂ ਕਰ ਰਿਹਾ ਤਾਂ ਕੋਈ ਗੱਲ ਨਹੀਂ, ਆਪਾਂ ਥੋੜ੍ਹਾ ਠਹਿਰ ਕੇ ਕਰ ਲਾਂਗੇ, ਤੂੰ ਥੋੜ੍ਹਾ ਜਿਹਾ ਆਰਾਮ ਲੈ ਲਾ, ਥੋੜ੍ਹਾ ਪਾਣੀ ਪੀ ਲੈ। ਇਹ ਪੋਜ਼ੀਟਿਵ ਸੈਲਫ ਟਾਕ ਹੈ। ਤਾਂ ਜਿਹੜੀ ਪੋਜ਼ੀਟਿਵ ਸੈਲਫ ਟਾਕ ਹੈ ਉਹ ਬੇਸਿਕਲੀ ਕੀ ਹੁੰਦੀ ਹੈ ਕਿ ਸਾਡੇ ਅੰਦਰ ਦਾ ਅਸੀਂ ਉਹ ਵਾਲੇ ਪਾਰਟ ਨੂੰ ਸਾਹਮਣੇ ਲੈ ਕੇ ਆਉਂਦੇ ਹਾਂ ਜੋ ਅੰਡਰਸਟੈਂਡਿੰਗ ਹੈ, ਜੋ ਸਿਆਣਾ ਹੈ, ਜੋ ਮੈਚਿਓਰ ਹੈ, ਅਤੇ ਉਹ ਵਾਲਾ ਪਾਰਟ ਜਿਹੜਾ ਅੰਡਰਸਟੈਂਡਿੰਗ ਨਹੀਂ ਹੈ, ਜੋ ਮੈਚਿਓਰ ਨਹੀਂ ਹੈ, ਜੋ ਇੰਸਟੈਂਟ ਗ੍ਰੈਟੀਫਿਕੇਸ਼ਨ ਚੂਜ਼ ਕਰ ਰਿਹਾ, ਉਹਦੇ ਨਾਲ ਗੱਲ ਕਰਾਉਂਦੇ, ਯਾਨੀ ਕਿ ਅਸੀਂ ਖੁਦ ਨਾਲ ਸਿਆਣੀਆਂ ਗੱਲਾਂ ਕਰਦੇ ਹਾਂ, ਪੋਜ਼ੀਟਿਵ ਗੱਲਾਂ ਕਰਦੇ ਹਾਂ। ਤਾਂ ਅਗਲੀ ਵਾਰ ਜਦੋਂ ਤੁਹਾਡਾ ਕੰਮ ਟਾਲਣ ਦਾ ਮੂਡ ਹੋ ਰਿਹਾ ਤਾਂ ਤੁਸੀਂ ਇੱਕ ਇਹ ਚੀਜ਼ ਕਰ ਸਕਦੇ ਹੋ। ਮੈਂ ਤੁਹਾਨੂੰ ਥੋੜ੍ਹੇ ਜਿਹੇ ਐਗਜ਼ਾਮਪਲਸ ਦਿੰਦਾ ਕਿ ਇੱਕ ਚੰਗੀ ਸੈਲਫ ਟਾਕ ਕੀ ਹੁੰਦੀ ਹੈ। ਤਾਂ ਜਦੋਂ ਤੁਹਾਡਾ ਕੋਈ ਕੰਮ ਟਾਲਣ ਦਾ ਮੂਡ ਹੋ ਰਿਹਾ ਤਾਂ ਤੁਸੀਂ ਖੁਦ ਨੂੰ ਇਹ ਸਵਾਲ ਕਰ ਸਕਦੇ ਹੋ ਕਿ ਯਾਰ ਹਰਦੇਵ, ਮੇਰਾ ਨਾਮ ਹਰਦੇਵ ਹੈ ਤਾਂ ਮੈਂ ਇੱਦਾਂ ਹੀ ਗੱਲ ਕਰੂੰਗਾ, ਯਾਰ ਹਰਦੇਵ ਠੀਕ ਹੈ ਯਾਰ, ਆਪਾਂ ਚਲੋ ਹੁਣ ਨਹੀਂ ਕਰਦੇ ਲੇਕਿਨ ਕਰਨਾ ਤਾਂ ਆਪਾਂ ਨੂੰ ਪਊਗਾ। ਜਾਂ ਤੁਸੀਂ ਆਪਣੇ ਨਾਲ ਬੜੇ ਪਿਆਰ ਨਾਲ ਇੱਦਾਂ ਗੱਲ ਕਰ ਸਕਦੇ ਹੋ ਕਿ ਹਰਦੇਵ, ਇਹ ਜਿਹੜਾ ਕੰਮ ਹੈ ਆਪਾਂ ਨੂੰ ਕਰਨਾ ਤਾਂ ਪਊਗਾ, ਐਂਡ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਇਹ ਕੰਮ ਨੂੰ ਨਾ ਕਰਨ ਦੇ ਕੀ ਨੁਕਸਾਨ ਨੇ, ਜੇ ਮੈਂ ਹੁਣ ਨਹੀਂ ਪੜ੍ਹੂੰਗਾ ਤਾਂ ਮੈਨੂੰ ਇਹ ਨੁਕਸਾਨ ਹੋਊਗਾ, ਇਸ ਕਰਕੇ ਆਪਾਂ ਨੇ ਕਰਨਾ ਹੈਗਾ। ਜਾਂ ਤੁਸੀਂ ਖੁਦ ਨੂੰ ਕੀ ਕਹਿ ਸਕਦੇ ਹੋ ਕਿ ਯਾਰ ਹਰਦੇਵ ਆਹ ਦੇਖ, ਜਿਹੜਾ ਆਪਾਂ ਆਹ ਕੰਮ ਕਰ ਰਹੇ ਹਾਂ ਵਟਸਐਪ ਦੇ ਸਟੇਟਸ ਦੇਖਣ ਵਾਲਾ, ਜਾਂ ਜੋ ਵੀ ਇੰਸਟੈਂਟ ਗ੍ਰੈਟੀਫਿਕੇਸ਼ਨ ਵਾਲਾ ਕੰਮ ਹੈ, ਦੇਖੇ ਇਹਦੇ 'ਚੋਂ ਕੋਈ ਲੰਬਾ ਫਾਇਦਾ ਨਹੀਂ ਨਿਕਲਣਾ, ਤਾਂ ਆਪਾਂ ਇਸ 'ਤੇ ਇੱਕ ਲਿਮਿਟ ਲਾ ਕੇ ਰੱਖੀਏ। ਮੈਂ ਤੁਹਾਨੂੰ ਬੇਸਿਕਲੀ ਜਿਹੜੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਹੈ ਕਿ ਤੁਹਾਡੀ ਆਪਣੇ ਨਾਲ ਜੇ ਸੈਲਫ ਟਾਕ ਸਹੀ ਹੈ ਤਾਂ ਤੁਸੀਂ ਖੁਦ ਨੂੰ ਖਿੱਚ ਸਕਦੇ ਹੋ ਡਿਲੇਡ ਪਲੇਜਰ ਵੱਲ। ਤੁਹਾਨੂੰ ਇੰਸਟੈਂਟ ਪਲੇਜਰ ਤੋਂ ਤੁਹਾਡੇ ਅੰਦਰ ਤਾਕਤ ਆ ਜਾਂਦੀ ਖੁਦ ਨੂੰ ਡਿਲੇਡ ਪਲੇਜਰ ਵੱਲ ਲੈ ਕੇ ਆਉਣ ਦੀ। ਬਾਕੀ ਜੇ ਤੁਸੀਂ ਔਨਲਾਈਨ ਸਰਚ ਮਾਰੋਗੇ ਪੋਜ਼ੀਟਿਵ ਸੈਲਫ ਟਾਕ, ਤੁਹਾਨੂੰ ਬਹੁਤ ਕੁਛ ਮਿਲ ਜੂਗਾ। ਮੇਬੀ ਇਹ ਵੀ ਆਪਣੇ ਆਪ 'ਚ ਇੱਕ ਵੀਡੀਓ ਦੀ ਹੱਕਦਾਰ ਹੈ, ਉਹ ਕਦੇ ਮੈਂ ਫੇਰ ਬਣਾਊਂਗਾ। ਅੱਛਾ, ਤੀਸਰੀ ਚੀਜ਼, ਔਰ ਇਹ ਇੱਕ ਟ੍ਰਿਕ ਹੈ, ਇਹ ਬ੍ਰੇਨ ਟ੍ਰਿਕ ਹੈ ਜੋ ਮੈਂ ਯੂਜ਼ ਕਰ ਪਾਇਆ, ਉਹ ਇਹ ਹੈ ਕਿ ਤੁਹਾਡੇ ਕੋਲ ਦੇਖੋ ਲਿਸਟ ਤਾਂ ਬਣੀ ਗਈ ਹੈ ਕਿ ਆਹ ਚੀਜ਼ਾਂ ਫਿਊਚਰ ਲਈ ਕਰਨੀਆਂ ਜ਼ਰੂਰੀ ਹੈ ਅਤੇ ਆਹ ਚੀਜ਼ਾਂ ਸਿਰਫ ਮੈਨੂੰ ਤੁਰੰਤ ਮਜ਼ਾ ਦਿੰਦੀਆਂ, ਇਹਨਾਂ ਦੀ ਕੋਈ ਫਿਊਚਰ ਵੈਲਿਊ ਨਹੀਂ। ਓਬਵੀਅਸਲੀ ਉੱਥੇ ਜੇ ਤੁਸੀਂ ਫੇਸਬੁੱਕ ਵਰਤਦੇ ਹੋ ਤਾਂ ਉਹਦੀ ਫੇਸਬੁੱਕ
ਕੋਈ ਵੀ ਫਿਊਚਰ ਵੈਲਿਊ ਨਹੀਂ ਹੈ। ਇੱਦਾਂ ਤਾਂ ਨਹੀਂ ਹੈ ਕਿ ਕੱਲ੍ਹ ਨੂੰ ਤੁਸੀਂ ਬਿਮਾਰ ਪਏ ਹੋਗੇ ਤਾਂ ਫੇਸਬੁੱਕ ਆ ਕੇ ਕਹੂਗੀ ਚੱਲ ਵੀ ਮਿੱਤਰਾ ਤੂੰ ਮੈਨੂੰ 70 ਸਾਲ ਚਲਾਇਆ, ਮੈਂ ਤੈਨੂੰ ਹਸਪਤਾਲ ਲੈ ਜਾਂਦੀ ਹਾਂ, ਠੀਕ ਨਹੀਂ, ਇੱਦਾਂ ਨਹੀਂ ਹੋਊਗਾ, ਹੈ ਨਾ, ਓਬਵੀਅਸਲੀ। ਤਾਂ ਤੁਹਾਨੂੰ ਪਤਾ ਹੈ ਵੀ ਕੁਝ ਚੀਜ਼ਾਂ ਜੋ ਤੁਹਾਡਾ ਫਿਊਚਰ ਨਹੀਂ ਬਿਲਡ ਕਰ ਰਹੀਆਂ, ਕੁਝ ਚੀਜ਼ਾਂ ਤੁਹਾਡਾ ਫਿਊਚਰ ਬਿਲਡ ਕਰ ਰਹੀਆਂ। ਤੁਸੀਂ ਕੀ ਕਰਨਾ ਹੈ, ਤੁਸੀਂ ਜਦੋਂ ਵੀ ਕੋਈ ਇਹੋ ਜਿਹਾ ਕੰਮ ਕਰਿਆ ਕਰੋਗੇ ਜ਼ਿੰਦਗੀ 'ਚ ਜੋ ਡਿਲੇਡ ਪਲੇਜ਼ਰ ਵਾਲਾ, ਮੰਨ ਲਓ ਮੈਂ ਐਸੇ ਲਿਖ ਰਿਹਾ, ਮੈਂ ਮੰਨ ਲਓ ਸਟੂਡੈਂਟ ਹਾਂ ਅਤੇ ਮੈਂ ਐਸੇ ਲਿਖਣਾ, ਜਦੋਂ ਮੈਂ 40-50 ਮਿੰਟ ਦੇ ਅੰਦਰ ਐਸੇ ਲਿਖਿਆ, ਉਸ ਤੋਂ ਬਾਅਦ ਮੈਂ ਖੁਦ ਨੂੰ ਮੌਕਾ ਦੇਣਾ ਇੰਸਟੈਂਟ ਪਲੇਜ਼ਰ ਦਾ। ਮੰਨ ਲਓ ਮੈਂ ਖੁਦ 'ਤੇ ਰੋਕ ਲਾ ਦੇਣੀ ਕਿ ਮੈਂ ਤਾਂ, ਮੰਨ ਲਓ ਮੈਨੂੰ ਗਾਣੇ ਸੁਣਨ ਦਾ ਸ਼ੌਂਕ ਹੈ, ਇੰਸਟੈਂਟ ਪਲੇਜ਼ਰ ਮੇਰਾ ਹੈ, ਮੈਂ ਖੁਦ 'ਤੇ ਰੋਕ ਲਾ ਦੇਣੀ ਕਿ ਮੈਂ ਗਾਣੇ ਸੁਣੇ ਨਹੀਂ ਕਰਨੇ ਹੁਣ। ਲੇਕਿਨ ਕਦੋਂ ਸੁਣਨੇ ਆ, ਜੇ ਤੁਸੀਂ ਕੋਈ 40-45 ਮਿੰਟ ਇੱਦਾਂ ਦਾ ਕੰਮ ਕਰਕੇ ਹਟਿਓ ਜੋ ਤੁਹਾਡਾ ਫਿਊਚਰ ਬਿਲਡ ਕਰ ਰਿਹਾ, ਐਜ਼ ਅ ਰਿਵਾਰਡ ਤੁਸੀਂ ਉਸਦੇ ਗਾਣੇ ਸੁਣ ਸਕਦੇ ਹੋ। ਤਾਂ ਜੇ ਮੈਂ 40-45 ਮਿੰਟ ਐਸੇ ਲਿਖ ਰਿਹਾ ਤਾਂ ਮੈਂ ਖੁਦ ਨੂੰ ਕਹਿ ਸਕਦਾ ਕਿ ਐਸੇ ਲਿਖਣ ਤੋਂ ਬਾਅਦ ਮੈਂ ਆਪਣੇ ਫੇਵਰੇਟ ਸਿੰਗਰ ਦੇ 10 ਮਿੰਟ ਗਾਣੇ ਸੁਣੂੰਗਾ। ਇਹਦੇ ਨਾਲ ਕੀ ਹੁੰਦਾ ਕਿ ਨਾ ਤਾਂ ਤੁਹਾਡੇ 'ਤੇ ਉਹ ਪ੍ਰੈਸ਼ਰ ਕ੍ਰੀਏਟ ਹੁੰਦਾ ਵੀ ਇੰਸਟੈਂਟ ਗ੍ਰੈਟੀਫਿਕੇਸ਼ਨ ਵਾਲੀਆਂ ਚੀਜ਼ਾਂ ਨੂੰ ਤੁਸੀਂ ਇੱਕਦਮ ਤੋਂ ਛੱਡਣਾ। ਇੱਕਦਮ ਤੋਂ ਛੱਡੋਗੇ ਤਾਂ ਓਬਵੀਅਸਲੀ ਤੁਹਾਨੂੰ ਵੀ ਪਤਾ ਕੀ ਹੁੰਦਾ, ਜੇ ਤੁਸੀਂ ਕਦੇ ਅੱਕ ਕੇ ਸਮਾਰਟਫੋਨ ਛੱਡਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇੱਕ ਦਿਨ 'ਚ ਹੀ ਉਹਨੂੰ ਬੰਦ ਕਰਤਾ, ਕੀ ਹੁੰਦਾ ਤੀਜੇ-ਚੌਥੇ ਦਿਨ ਤੁਸੀਂ ਦੁਬਾਰਾ ਚੱਕ ਲੈਂਦੇ ਹੋ। ਇਹ ਗ੍ਰੈਜੂਅਲੀ ਹੋਣ ਵਾਲੇ ਕੰਮ ਹੁੰਦੇ ਆ, ਇਹ ਇੱਕਦਮ ਤੋਂ ਕੀਤੇ ਜਾ ਸਕਣ ਵਾਲੇ ਕੰਮ ਨਹੀਂ ਹੈ। ਤਾਂ ਇਹਦੇ ਨਾਲ ਕੀ ਹੁੰਦਾ ਹੈਗਾ ਕਿ ਤੁਸੀਂ ਇੱਕ ਲਿਮਿਟ ਸੈੱਟ ਕਰਦੇ ਹੋ ਇੰਸਟੈਂਟ ਪਲੇਜ਼ਰ ਵਾਲੀਆਂ ਚੀਜ਼ਾਂ 'ਤੇ, ਅਤੇ ਉਹਨਾਂ ਨੂੰ ਸਿਰਫ ਐਜ਼ ਅ ਰਿਵਾਰਡ ਯੂਜ਼ ਕਰਦੇ ਹੋ ਡਿਲੇਡ ਪਲੇਜ਼ਰ ਵਾਲੀਆਂ ਚੀਜ਼ਾਂ ਲਈ। ਤਾਂ ਮੰਨ ਲਓ ਤੁਸੀਂ ਕੋਈ ਆਪਣੀ ਪੈਂਡਿੰਗ ਕੰਮ ਪਿਆ ਸੀ ਉਹ ਕਰ ਲਿਆ, ਤਾਂ ਤੁਸੀਂ ਖੁਦ ਨੂੰ ਕਹੋਗੇ ਕਿ ਹਾਂ ਅੱਜ ਮੈਂ ਖੁਦ ਨੂੰ ਆਹ ਰਿਵਾਰਡ ਦੇਵਾਂਗਾ, ਅੱਜ ਮੈਂ ਆਹ ਸਵਾਦਿਸ਼ਟ ਖਾਣਾ ਖਾਊਂਗਾ ਕਿਉਂਕਿ ਮੈਂ ਇਹ ਕੀਤਾ, ਅੱਜ ਮੈਂ ਆਪਣੇ ਫੇਵਰੇਟ ਸਿੰਗਰ ਦਾ ਗਾਣਾ ਸੁਣੂੰਗਾ। ਤਾਂ ਇਹ ਚੀਜ਼, ਅੱਛਾ ਇੱਥੇ ਇੱਕ ਜਿਹੜੀ ਲੁਕੀ ਹੋਈ ਗੱਲ ਹੈ ਜੋ ਸ਼ਾਇਦ ਤੁਹਾਨੂੰ ਨਾ ਪਤਾ ਲੱਗੀ, ਉਹ ਇਹੀ ਹੈ ਕਿ ਜੋ ਵੀ ਸਾਡੇ ਜ਼ਿੰਦਗੀ 'ਚ ਇੰਸਟੈਂਟ ਪਲੇਜ਼ਰ ਵਾਲੀਆਂ ਚੀਜ਼ਾਂ ਉਹਦੀ ਲਿਸਟ ਬਣਾਉਣ ਦਾ ਇੱਕ ਮਕਸਦ ਇਹ ਵੀ ਸੀ ਤਾਂ ਕਿ ਤੁਸੀਂ ਉਸ 'ਤੇ ਇੱਕ ਟਾਈਮ ਲਿਮਿਟ ਸੈੱਟ ਕਰ ਸਕੋ। ਮੇਰੀ ਜਿਹੜੀ ਪਰਸਨਲ ਟਾਈਮ ਲਿਮਿਟ ਹੈ ਫੋਰ ਐਗਜ਼ਾਮਪਲ ਇਹ ਰਹਿੰਦੀ ਹੈ ਕਿ ਮੈਂ ਵਟਸਐਪ 'ਤੇ ਨਹੀਂ ਜਾਊਂਗਾ, ਸਿਰਫ ਰਾਤ ਨੂੰ ਜਾਊਂਗਾ 8 ਤੋਂ 8:30 ਦੇ ਟਾਈਮ ਦੇ ਵਿੱਚ। 8 ਤੋਂ 8:30 ਦੇ ਟਾਈਮ ਦੇ ਵਿੱਚ ਜੋ ਵੀ ਮੈਸੇजेस ਹੋਣਗੇ ਮੈਂ ਉਹਨਾਂ ਨੂੰ ਰਿਸਪੌਂਡ ਕਰੂੰਗਾ। ਉਸ ਦੌਰਾਨ ਮੈਂ ਸਟੇਟਸ ਦੇਖਣੇ ਮੈਂ ਦੇਖ ਸਕਦਾ, ਕੁਝ ਮਰਜ਼ੀ ਕਰ ਸਕਦਾ, ਲੇਕਿਨ ਉਸ ਤੋਂ ਇਲਾਵਾ ਮੈਂ ਨਹੀਂ ਵਰਤੂੰਗਾ। ਤਾਂ ਤੁਹਾਨੂੰ ਥੋੜ੍ਹੇ ਜਿਹੇ ਇੱਦਾਂ ਦੇ ਟਾਈਮ ਦੇ ਲਿਮਿਟਸ ਵੀ ਲਾਉਣੀਆਂ ਚਾਹੀਦੀਆਂ। ਜਦੋਂ ਤੁਸੀਂ ਟਾਈਮ ਦੀ ਲਿਮਿਟ ਲਾਓਗੇ ਤਾਂ ਖੁਦ ਨੂੰ ਸਿਰਫ ਉਦੋਂ ਹੀ ਮੌਕਾ ਦਿਆ ਕਰੋਗੇ ਉਹਨਾਂ ਚੀਜ਼ਾਂ ਨੂੰ ਯੂਜ਼ ਕਰਨ ਦਾ, ਜਾਂ ਗੱਪਸ਼ਪ ਕਰਨ ਦਾ, ਜਾਂ ਵਟਸਐਪ ਯੂਜ਼ ਕਰਨ ਦਾ, ਜੋ ਵੀ ਤੁਹਾਡੇ ਇੰਸਟੈਂਟ ਪਲੇਜ਼ਰ ਹੈ। ਸਿਰਫ ਉਦੋਂ ਹੀ ਮੌਕਾ ਦਿਆ ਕਰੋਗੇ ਜਦੋਂ ਤੁਸੀਂ ਕੋਈ ਡਿਲੇਡ ਪਲੇਜ਼ਰ ਵਾਲੀ ਚੀਜ਼ ਕੀਤੀ ਹੈ, ਤਾਂ ਤੁਹਾਡੀ ਇੱਛਾ ਡਿਲੇਡ ਪਲੇਜ਼ਰ ਵਾਲੀਆਂ ਚੀਜ਼ਾਂ ਕਰਨ ਦੀ ਸਟਰੋਂਗ ਹੋਊਗੀ। ਯਾਨੀ ਜਿਹੜੇ ਕੰਮਾਂ ਨੂੰ ਤੁਸੀਂ ਅਦਰਵਾਈਜ਼ ਟਾਲਦੇ ਸੀ ਤੁਹਾਡੇ ਕਰਨ ਦੇ ਚਾਂਸਸ ਵਧਣਗੇ। ਅਤੇ ਲਾਸਟ ਚੀਜ਼, ਤੁਹਾਨੂੰ ਸੈਲਫ ਰਿਸਟ੍ਰੇਂਟ ਪ੍ਰੈਕਟਿਸ ਕਰਨੀ ਹੈ। ਹੁਣ ਤੁਸੀਂ ਕਹੋਗੇ ਸਰ ਇਹ ਤਾਂ ਅੰਗਰੇਜ਼ੀ ਦੇ ਵਰਡ ਹੈ, ਕੀ ਨੇ? ਦੇਖੋ ਰਿਸਟ੍ਰੇਂਟ ਹੁੰਦਾ ਲਗਾਮ ਕੱਸ ਕੇ ਰੱਖਣਾ, ਸੈਲਫ ਰਿਸਟ੍ਰੇਂਟ ਹੁੰਦਾ ਆਪਣੇ 'ਤੇ ਲਗਾਮ ਕੱਸ ਕੇ ਰੱਖਣਾ। ਇਸ ਨੂੰ ਹੋਰ ਭਾਸ਼ਾ 'ਚ ਕਹਾਂ ਤਾਂ ਤੁਹਾਨੂੰ ਇੰਪਲਸ ਕੰਟਰੋਲ ਵਿੱਚ ਬੈਟਰ ਹੋਣਾ ਪਊਗਾ। ਇੰਪਲਸ ਕੀ ਹੁੰਦਾ, ਉਹ ਜੋ ਸਾਡੇ ਅੰਦਰੋਂ ਇਮੋਸ਼ਨਸ ਉੱਠ ਕੇ ਆਉਂਦੇ ਆ ਕਿ ਉਦੋਂ ਅਸੀਂ ਤੁਰੰਤ ਕਰ ਲੈਂਦੇ। ਮੈਂ ਪੜ੍ਹਨ ਬੈਠ ਰਿਹਾ ਸੀ ਲੇਕਿਨ ਉਦੋਂ ਮੈਨੂੰ ਲੱਗਿਆ ਨਹੀਂ ਵਟਸਐਪ 'ਤੇ ਸਟੇਟਸ ਦੇਖਦੇ ਹਾਂ ਕੀ ਹੈ, ਨਹੀਂ ਫਲਾਣੇ ਸਿੰਗਰ ਦਾ ਨਵਾਂ ਗਾਣਾ ਹੈ ਉਹ ਦੇਖਦੇ ਹਾਂ ਫਿਰ ਪੜ੍ਹਾਂਗੇ, ਨਹੀਂ ਚਾਹ ਪੀਂਦੇ ਹਾਂ ਫਿਰ। ਆਹ ਜਿਹੜਾ ਇੱਕਦਮ ਤੋਂ ਉੱਠਦਾ ਨਾ ਅੰਦਰੋਂ ਬਾਲ, ਜਿਹਦੇ ਕਰਕੇ ਤੁਸੀਂ ਕੰਮ ਤੋਂ ਉੱਠ ਕੇ ਚਲੇ ਜਾਂਦੇ ਹੋ ਕਿਸੇ ਹੋਰ ਚੀਜ਼ ਵੱਲ, ਜਾਂ ਤੁਸੀਂ ਅਚਾਨਕ ਬਰਾਊਜ਼ਰ ਖੋਲ੍ਹ ਕੇ ਫਾਲਤੂ ਚੀਜ਼ਾਂ ਦੇਖਣੀਆਂ ਸ਼ੁਰੂ ਕਰ ਦਿੰਦੇ ਹੋ, ਇਹਨੂੰ ਅਸੀਂ ਇੰਪਲਸ ਕਹਿੰਦੇ ਹਾਂ। ਇਸ ਉਬਾਲ ਨੂੰ, ਇਹਦੇ 'ਤੇ ਕੰਟਰੋਲ ਕਰਨ ਦਾ ਤੁਹਾਨੂੰ ਮਸਲ ਜਿਹੜਾ ਆਪਣਾ ਇੰਟਰਨਲ ਮੈਂਟਲ ਮਸਲ ਹੈ ਉਹ ਸਟਰੋਂਗ ਕਰਨਾ ਪਊਗਾ। ਇਹਨੂੰ ਕਰਨ ਦਾ ਇੱਕ ਜਿਹੜਾ ਬੈਸਟ ਤਰੀਕਾ ਹੁੰਦਾ, ਉਹ ਇੱਕ ਟੈਕਨੀਕ ਹੁੰਦੀ ਹੈ, ਮੈਨੂੰ ਨਹੀਂ ਪਤਾ ਇਹਨੂੰ ਕਹਿੰਦੇ ਕੀ ਨੇ, ਬਟ ਮੈਂ ਇਹਨੂੰ ਸਟਾਪ ਟੈਕਨੀਕ ਕਹਿ ਦਿੰਦਾ। ਉਹ ਇਹ ਹੈ ਕਿ ਜ਼ਿੰਦਗੀ ਦੇ ਦੌਰਾਨ ਜਿਹੜੇ ਕੰਮ ਤੁਸੀਂ ਕਰਦੇ ਹੋ ਜਿਨ੍ਹਾਂ ਦਾ ਤੁਹਾਨੂੰ ਕੋਈ ਮਜ਼ਾ ਮਿਲਣ ਵਾਲਾ, ਮੰਨ ਲਓ ਤੁਸੀਂ ਪਾਣੀ ਪੀਣ ਵਾਲੇ ਹੋ, ਤੁਸੀਂ ਪਿਆਸੇ ਹੋ ਅਤੇ ਤੁਸੀਂ ਪਾਣੀ ਪੀਣ ਵਾਲੇ ਹੋ, ਜਾਂ ਤੁਸੀਂ ਭੁੱਖੇ ਹੋ ਅਤੇ ਖਾਣਾ ਖਾਣ ਵਾਲੇ ਹੋ, ਜਾਂ ਅਚਾਨਕ ਤੁਹਾਡੇ ਮਨ 'ਚ ਇੱਛਾ ਉੱਠਦੀ ਹੈ ਕੁਝ ਬੋਲਣ ਦੀ, ਕਨਵਰਸੇਸ਼ਨ ਚੱਲ ਰਹੀ ਹੈ, ਇਹ ਸਾਰੀਆਂ ਇੰਪਲਸਿਸ ਹੈ। ਉਦੋਂ ਤੁਸੀਂ ਕੀ ਕਰਨਾ, ਜਾਣ ਬੁੱਝ ਕੇ 5 ਜਾਂ 10 ਸੈਕਿੰਡ ਦਾ ਡਿਲੇ ਕ੍ਰੀਏਟ ਕਰਨਾ। ਯਾਨੀ ਕਿ ਮੈਂ ਫਰਿੱਜ ਤੱਕ ਗਿਆ, ਮੈਂ ਗਲਾਸ ਪਾਣੀ ਦਾ ਚੱਕਿਆ, ਮੈਂ ਮੂੰਹ ਵੱਲ ਲਿਆ ਹੀ ਰਿਹਾ, ਮੇਰਾ ਪੂਰਾ ਤਨ ਮਨ ਇਹ ਚਾਹੁੰਦਾ ਕਿ ਮੈਂ ਉਹ ਪਾਣੀ ਪੀ ਲਾਂ, ਲੇਕਿਨ ਮੈਂ 10 ਸੈਕਿੰਡ ਦਾ ਬ੍ਰੇਕ ਲਊਂਗਾ, ਮੈਂ 10 ਤੋਂ ਪੁੱਠੀ ਗਿਣਤੀ ਕਰੂੰਗਾ, 10 9 8 ਅਤੇ ਫਿਰ ਮੈਂ ਉਹਨੂੰ ਪੀਊਂਗਾ। ਤੁਸੀਂ ਕਹੋਗੇ ਵੀ ਇਹਦੇ ਨਾਲ ਕੀ ਹੁੰਦਾ? ਇਹਦੇ ਨਾਲ ਬੇਸਿਕਲੀ ਇਹ ਹੁੰਦਾ ਵੀ ਤੁਹਾਡੇ ਅੰਦਰ ਜਿਹੜੀ ਇੰਪਲਸ ਉੱਠੀ ਉਸ 'ਤੇ ਤੁਸੀਂ ਤੁਰੰਤ ਐਕਟ ਨਹੀਂ ਕੀਤਾ, ਤੁਸੀਂ ਖੁਦ ਨੂੰ ਇਹ ਮੈਸੇਜ ਦਿੱਤਾ ਅਤੇ ਇਹ ਕਰਕੇ ਦਿਖਾਇਆ ਵੀ ਤੁਹਾਡੇ ਅੰਦਰ ਐਬਿਲਿਟੀ ਹੈ ਐਫਰਟ ਅਤੇ ਪਲੇਜ਼ਰ ਨੂੰ ਡਿਲੇ ਕਰਨ ਦੀ, ਯਾਨੀ ਪਲੇਜ਼ਰ ਨੂੰ ਡਿਲੇ ਕਰਨ ਦੀ। ਇਸੇ ਤਰ੍ਹਾਂ ਜੇ ਤੁਸੀਂ ਕੋਈ ਕਨਵਰਸੇਸ਼ਨ 'ਚੋਂ ਅਚਾਨਕ ਤੁਹਾਡਾ ਮਨ ਕਰਦਾ ਕੁਝ ਬੋਲਣ ਦਾ, ਇੰਟਰਪਟ ਕਰਨ ਦਾ ਸਾਹਮਣੇ ਵਾਲੇ ਇਨਸਾਨ ਨੂੰ, ਤਾਂ ਤੁਸੀਂ ਖੁਦ ਨੂੰ ਜਾਣਬੁੱਝ ਕੇ ਉੱਥੇ ਰੋਕ ਲਓਗੇ। ਜਦੋਂ ਆ ਰੋਕਣ ਦੀ ਪ੍ਰੈਕਟਿਸ ਤੁਸੀਂ ਕਰੋਗੇ ਤਾਂ ਇਹਦੇ 1000 ਤਰੀਕੇ ਹੋ ਸਕਦੇ ਆ, ਹਜ਼ਾਰਾਂ ਤਰੀਕੇ ਹੋ ਸਕਦੇ ਆ। ਮੈਂ ਤਾਂ ਤੁਹਾਨੂੰ ਖਾਣੇ ਦਾ, ਪਾਣੀ ਦਾ ਐਗਜ਼ਾਮਪਲ ਦੇਤਾ,
ਇਹ ਕੁਝ ਵੀ ਹੋ ਸਕਦਾ। ਹੁਣ ਜਿਵੇਂ ਮੰਨ ਲਓ ਰੋਟੀ ਦਾ ਐਗਜ਼ਾਮਪਲ ਕੀ ਹੋ ਸਕਦਾ ਖਾਣੇ ਦਾ, ਕਿ ਤੁਹਾਡੇ ਸਾਹਮਣੇ ਥਾਲੀ ਪਈ ਹੈ ਲੇਕਿਨ ਤੁਸੀਂ 30 ਸੈਕਿੰਡਸ ਰੁਕ ਕੇ ਖਾਓਗੇ। ਤੁਸੀਂ ਪਹਿਲਾਂ ਖਾਣੇ ਵੱਲ ਦੇਖੋਗੇ, ਹੋਊਗਾ ਕਿ ਤੁਹਾਡੇ ਅੰਦਰ ਇੰਪਲਸ ਉੱਠ ਰਹੀ ਹੋਊਗੀ ਕਿ ਚੱਕ ਕੇ ਖਾ ਲਓ, ਲੇਕਿਨ ਤੁਸੀਂ ਉੱਥੋਂ ਸਟਾਰਟ ਕਰ ਚੁੱਕੇ ਹੋ ਆਪਣੇ ਇੰਪਲਸ ਕੰਟਰੋਲ ਦੀ ਪ੍ਰੈਕਟਿਸ। ਆਈ ਹੋਪ ਮੈਂ ਕਲੀਅਰ ਕਰ ਪਾਊਂਗਾ, ਠੀਕ ਹੈ। ਕਿ ਅਚਾਨਕ ਜਦੋਂ ਤੁਹਾਡਾ ਕੁਝ ਕਰਨ ਨੂੰ ਦਿਲ ਕਰੇ, ਗੈਪ ਪਾ ਲੈਣਾ। ਇਹਦੇ ਨਾਲ ਹੌਲੀ ਹੌਲੀ ਕਰਕੇ ਸਾਡਾ ਇੰਪਲਸ ਕੰਟਰੋਲ ਬਿਲਡ ਹੁੰਦਾ ਹੈ। ਇਹਦਾ ਸਾਡੇ ਵਿਸ਼ੇ ਨਾਲ ਕੀ ਵਾਸਤਾ ਹੈ? ਓਬਵੀਅਸਲੀ ਇਫ ਯੂ ਆਰ ਏਬਲ ਟੂ ਡਿਲੇ ਪਲੇਜ਼ਰ, ਜੇਕਰ ਤੁਸੀਂ ਪਲੇਜ਼ਰ ਨੂੰ ਡਿਲੇ ਕਰ ਪਾਉਂਦੇ ਹੋ ਤਾਂ ਤੁਹਾਡੇ ਜ਼ਿੰਦਗੀ 'ਚ ਤੁਹਾਡੇ ਲਈ ਆਸਾਨ ਵੀ ਹੋਊਗਾ ਡਿਲੇਡ ਪਲੇਜ਼ਰ ਵਾਲੀਆਂ ਚੀਜ਼ਾਂ ਚੂਜ਼ ਕਰਨੀਆਂ। ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰਦਾ, ਅਸੀਂ ਵੀਡੀਓ ਦੇ ਐਂਡ ਵੱਲ ਆ ਚੁੱਕੇ, ਜੋ ਚੀਜ਼ਾਂ ਮੈਂ ਕਵਰ ਕਰਨੀਆਂ ਸੀ ਸਾਰੀਆਂ ਕਰ ਚੁੱਕੇ ਹਾਂ, ਲੇਕਿਨ ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ ਕਿ ਆਪਣੀ ਅੱਜ ਦੀ ਵੀਡੀਓ ਦਾ ਮੇਨ ਵਿਸ਼ਾ ਇਹੀ ਸੀਗਾ ਕਿ ਤੁਸੀਂ ਪ੍ਰੋਕ੍ਰੈਸਟੀਨੇਸ਼ਨ ਦਾ ਜੋ ਪ੍ਰੋਕ੍ਰੈਸਟੀਨੇਸ਼ਨ ਦੀ ਡਿਸੀਜਨ ਮੇਕਿੰਗ ਦੇ ਲੈਵਲ 'ਤੇ ਜਿਹੜਾ ਉਹ ਇਹ ਹੈ ਕਿ ਤੁਸੀਂ ਜ਼ਿੰਦਗੀ 'ਚ ਇੰਸਟੈਂਟ ਪਲੇਜ਼ਰ ਨੂੰ ਜ਼ਿਆਦਾ ਚੂਜ਼ ਕਰ ਰਹੇ ਹੋ, ਉਹ ਡਿਸੀਜਨ ਜ਼ਿਆਦਾ ਮੇਕ ਕਰ ਰਹੇ ਹੋ ਮੁਕਾਬਲੇ ਡਿਲੇਡ ਪਲੇਜ਼ਰ ਦੇ। ਮੈਂ ਦੇਖ ਸਕਦਾ ਵੀਡੀਓ 32 ਮਿੰਟਸ 'ਤੇ ਚਲੀ ਗਈ ਹੈ, ਮੈਨੂੰ ਲੱਗਿਆ ਸੀ 15 ਜਾਂ 20 ਮਿੰਟ ਦੀ ਹੋਊਗੀ। ਸੋ ਆਈ ਥਿੰਕ ਆਪਾਂ ਵੀਡੀਓ ਨੂੰ ਇੱਥੇ ਐਂਡ ਕਰ ਸਕਦੇ ਹਾਂ, ਅਤੇ ਉਮੀਦ ਹੈ ਮੈਂ ਆਪਣੀਆਂ ਗੱਲਾਂ ਤੁਹਾਨੂੰ ਸਮਝਾ ਪਾਇਆ ਹੋਊਗਾ।